ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਾਰੇ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਮਿਹਰ ਦਇਆ ਕਿਰਪਾ ਹੋਈ ਹੈ ਜੋ ਸਤਿਗੁਰਾਂ ਨੇ ਸ਼ਾਮ ਦੇ ਸਮੇਂ ਹਰ ਰੋਜ਼ ਦੀ ਤਰ੍ਹਾਂ ਆਪਣੇ ਦਰ ਘਰ ਦੀ ਹਾਜ਼ਰੀ ਔਰ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਜੋ ਗੁਰੂ ਘਰ ਦੀ ਸ਼ਾਮ ਦੇ ਸਮੇਂ ਦੀ ਮਰਜ਼ਾਦਾ ਹੈ, ਇਤਿਹਾਸ ਦੀ ਕਥਾ ਦਾ ਸਮਾਂ ਹੈ। ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। 6ਵੇਂ ਮਹੱਲੇ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਤੋਂ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕਰਕੇ ਫਿਰ ਮਹਾਰਾਜ ਜੀ ਦਿੱਲੀ ਪਹੁੰਚੇ ਹਨ, ਜਿੱਥੇ ਫਿਰ ਜਹਾਂਗੀਰ ਬਾਦਸ਼ਾਹ ਜਦੋਂ ਦਰਸ਼ਨ ਕਰਨ ਆਇਆ ਤਾਂ ਮਹਾਰਾਜ ਨੂੰ ਬੇਅੰਤ ਤੇ ਭੇਟਾਵਾਂ ਅਰਪਣ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ। ਮਹਾਰਾਜ ਤੁਸੀਂ ਕਿਰਪਾ ਕੀਤੀ ਹੈ। ਮੈਨੂੰ ਤੇ ਰਾਤਰੀ ਬਹੁਤ ਡਰ ਲੱਗਦਾ ਸੀ। ਸਤਿਗੁਰਾਂ ਦੇ ਸੱਜੇ ਹੱਥ ਵਿੱਚ ਫੜੀ ਹੋਈ ਕਪੂਰ ਦੀ ਲੱਕੜ ਦੀ ਜਿਹੜੀ ਮਾਲਾ ਮਣਕਿਆਂ ਵਾਲੀ, ਉਹ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਮਣਕਾ ਇਹਦੇ ਵਿੱਚੋਂ ਮੈਨੂੰ ਬਖਸ਼ਿਸ਼ ਕਰ ਦਿਓ। ਮੈਂ ਆਪਣੀ ਤਸਵੀਰ ਦਾ ਮੇਰੂ ਬਣਾਵਾਂਗਾ ਉਸ ਨੂੰ, ਤੇ ਹਰ ਸਮੇਂ ਤੁਸੀਂ ਅੰਗ ਸੰਗ ਰਹੋਗੇ, ਮੈਨੂੰ ਭੈ ਨਹੀਂ ਆਊਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਹਾਂਗੀਰ ਇੱਕ ਮਣਕੇ ਦੀ ਕੀ ਗੱਲ ਕਰਦਾ, ਇਸ ਤੋਂ ਵੀ ਵਧੀਆ ਚੰਗੀ ਸ਼ੁੱਧ ਮਾਲਾ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਪਿਤਾ ਸਤਿਗੁਰੂ ਜੀ ਦੀ ਤੇਰੇ ਵਜ਼ੀਰ ਚੰਦੂ ਦੇ ਘਰ ਹੈ, ਦੀਵਾਨ ਦੇ। ਤੇ ਸਾਰੀ ਫਿਰ ਗੱਲ ਸਾਹਮਣੇ ਆ ਗਈ, ਕਿਵੇਂ ਚੰਦੂ ਨੇ ਤਸੀਹੇ ਦਿੱਤੇ
ਕਿਸ ਤਰ੍ਹਾਂ ਤੱਤੀ ਤਵੀ ਤੇ ਬਿਠਾਇਆ, ਤੱਤਾ ਰੇਤ ਸੀਸ ਵਿੱਚ ਪਾਇਆ, ਕਿਵੇਂ ਮਹਾਰਾਜ ਦੀ ਸ਼ਹੀਦੀ ਹੋਈ। ਫਿਰ ਜਹਾਂਗੀਰ ਬਾਦਸ਼ਾਹ ਨੇ ਉਹ ਘਰੋਂ ਮਾਲਾ ਵੀ ਮੰਗਵਾਈ, ਇਹਦਾ ਹੋਰ ਵੀ ਸਾਰਾ ਕੁਝ ਚੰਦੂ ਦਾ ਜ਼ਬਤ ਹੋਇਆ ਤੇ ਚੰਦੂ ਨੂੰ ਗੁਰੂ ਪਾਤਸ਼ਾਹ ਜੀ ਦੇ ਹਵਾਲੇ ਕਰ ਦਿੱਤਾ। ਫਿਰ ਉਹ ਚੰਦੂ ਦੀ ਜਿਹੋ ਜੀ ਭਾਵਨਾ ਹੁੰਦੀ ਉਹ ਜਿਹੇ ਫਲ ਲੱਗਦੇ ਨੇ। ਕੁੱਤਿਆਂ ਵਿੱਚ ਬੰਨਿਆਂ ਤੇ ਖਾਣਾ ਵੀ ਉੱਥੇ ਜਿਵੇਂ ਕੁੱਤਿਆਂ ਨੂੰ ਪੈਂਦਾ ਸੀ ਉਵੇਂ ਚੰਦੂ ਨੂੰ ਪੈਂਦਾ ਹੈ। ਨਖਿੱਧ ਜੂਨਾਂ ਦੇ ਵਿੱਚ ਮਹਾਰਾਜ ਨੇ ਫਿਰ ਇਹ ਵੀ ਸੰਗਤ ਨੂੰ, ਦਿੱਲੀ ਦੀਆਂ ਸੰਗਤਾਂ ਨੂੰ ਕਿਹਾ, ਜੋ ਵੀ ਆਵੇ ਇਹਦੇ ਸਿਰ ਵਿੱਚ 5-5 ਜੁੱਤੀਆਂ ਮਾਰੋ। ਇਸ ਤੋਂ ਬਾਅਦ ਫਿਰ ਭਾਈ ਵਿਧੀ ਚੰਦ, ਭਾਈ ਜੇਠਾ ਪੁਰਾਣਾ ਇਹਦੇ ਆਦਿ ਗੁਰਸਿੱਖਾਂ ਨੇ ਘੋੜਿਆਂ ਤੇ ਸਵਾਰ ਹੋਏ ਮੂਹਰੇ ਚੰਦੂ ਤੋਰਿਆ। ਦਿੱਲੀ ਦੇ ਬਾਜ਼ਾਰਾਂ 'ਚ ਘੁਮਾਇਆ, ਜਿੱਥੇ ਲੋਕਾਂ ਨੇ ਫਿਰ ਕੋਈ ਇਹਦੇ ਸਿਰ 'ਚ ਸਵਾਹ ਪਾਉਂਦਾ ਹੈ, ਕੋਈ ਇਹਦੇ ਮੂੰਹ ਤੇ ਧੂੜ ਪਾਉਂਦਾ ਹੈ, ਕੋਈ 5-5 ਜੁੱਤੀਆਂ ਮਾਰਦੇ ਆ। ਬੇਹਾਲ ਹੋਇਆ। ਫਿਰ ਲਿਆ ਕੇ ਸ਼ਾਮ ਨੂੰ ਕੁੱਤਿਆਂ ਵਿੱਚ ਹੀ ਬੰਨਿਆ। ਜਹਾਂਗੀਰ ਬਾਦਸ਼ਾਹ ਨੇ ਇਹਦੀ ਪਤਨੀ ਔਰ ਇਸ ਦੇ ਲੜਕਾ ਸੀ ਉਹ ਵੀ ਲਿਆ ਕੇ ਪੇਸ਼ ਕਰ ਦਿੱਤੇ। ਮਹਾਰਾਜ ਇਹ ਲੋ ਦੁਸ਼ਟ ਦਾ ਪਰਿਵਾਰ ਹੈ। ਤੇ ਜਿਹੜੀ ਚੰਦੂ ਦੀ ਲੜਕੀ ਸੀ ਉਹ ਕੋਈ ਦਿਨ ਪਹਿਲਾਂ ਮਰ ਚੁੱਕੀ ਸੀ। ਗੁਰੂ ਮਹਾਰਾਜ ਨੇ ਕਿਹਾ, ਗੁਰਸਿੱਖੋ ਇਹਨਾਂ ਨੂੰ ਚੰਦੂ ਦਿਖਾ ਦਿਓ ਕੀ ਹਾਲਤ ਉਸ ਦੀ ਦੁਸ਼ਟ ਦੀ, ਪਰ ਇਹਨਾਂ ਨੂੰ ਕਹੋ ਇੱਥੋਂ ਭੱਜ ਜਾਓ, ਇਹਨਾਂ ਦਾ ਕੋਈ ਦੋਸ਼ ਨਹੀਂ। ਇਸ ਕਰਕੇ ਪੁੰਨ ਦੇ ਤਰਾਸ ਨਿਕਾਸਨ ਕਰੇ, ਛੁੱਟਤੇ ਭਾਜੇ ਤੂਰਨ ਡਰੇ। ਡਰੇ ਹੋਏ ਛੁੱਟ ਕੇ ਤੁਰੰਤ ਚੰਦੂ ਦੀ ਘਰਵਾਲੀ ਪੁੱਤਰ ਵੀ ਭੱਜ ਗਏ। ਉਹ ਵੀ ਹੁਣ ਚੰਦੂ ਦੇ ਕੋਈ ਖਬਰਸਾਰ ਨਹੀਂ ਲੈ ਰਹੇ ਐ। ਇਹੋ ਜੀ ਉਹਦੀ ਹਾਲਤ ਹੋਈ ਹੈ। ਅਗਲਾ ਇਤਿਹਾਸ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮਹਿਪਾਲ ਸੋ ਆਈ। ਇੰਨੇ ਨੂੰ ਫਿਰ ਉਹ ਜਿਹੜੇ ਮਹਿਪਾਲ, ਜਿਹੜੇ 52 ਰਾਜੇ ਰਿਹਾ ਕਰਵਾਏ, ਉਹ ਆ ਗਏ ਹਨ। ਸ੍ਰੀ ਗੁਰ ਤਿਨਹਿ ਹਜੂਰ ਬੁਲਾਏ। ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਹਜ਼ੂਰੀ ਵਿੱਚ ਸੱਦਿਆ ਹੈ। ਇੱਕ ਇੱਕ ਢਿੱਗ ਕਰ ਬੂਝਨ ਕੀਨਾ। ਕੱਲੇ ਕੱਲੇ ਨੂੰ ਕੋਲ ਕਰਕੇ ਫਿਰ ਮਹਾਰਾਜ ਪੁੱਛਦੇ ਹਨ, ਕੌਣ ਦੇਸ ਕੋ ਕਹੋ ਕਿਮ ਛੀਨਾ। ਦੱਸ ਭਾਈ ਤੇਰਾ ਕਿਹੜਾ ਦੇਸ਼ ਹੈ ਤੇ ਉਹ ਕਿਸ ਕਰਕੇ ਤੇ ਤੋਂ ਖੋਇਆ ਗਿਆ। ਸੋ ਨਰੇਸ਼ ਸੋਨ ਦੇਸ਼ ਬਤਾਵੈ। ਉਹ ਫਿਰ ਰਾਜਾ ਆਪਣਾ ਦੇਸ਼ ਦੱਸਦਾ, ਕਾਰਨ ਦੱਸਦਾ ਕਿਉਂ ਜਹਾਂਗੀਰ ਨੇ ਖੋਏ ਸਨ, ਉਹ ਸਾਰੀ ਗੱਲ ਦੱਸਦਾ ਹੈ। ਕਰੀ ਅਵਗਿਆ ਕੋ ਬਖਸ਼ਾਵੈ। ਜੋ ਨਾ ਕੋਈ ਅਵਗਿਆ ਕੀਤੀ ਉਹ ਫਿਰ ਬਖਸ਼ਾਉਂਦੇ ਹਨ। ਸਿਰੋ ਪਾਓ ਵਰ ਚਪਲ ਤੁਰੰਗ। ਕੋਲ ਜਹਾਂਗੀਰ ਬੈਠਾ, ਜਹਾਂਗੀਰ ਤੋਂ ਮਹਾਰਾਜ ਮਾਫੀ ਮੰਗਾ ਦਿੰਦੇ ਆ ਤੇ ਨਾਲ ਹੀ ਭਾਈ ਫਿਰ ਉਸ ਨੂੰ ਇੱਕ ਜਹਾਂਗੀਰ ਵੱਲੋਂ ਸਿਰੋ ਪਾਓ ਤੇ ਇੱਕ ਚੰਚਲ ਘੋੜਾ ਹੈ। ਸ੍ਰੀ ਹਰਿ ਗੋਬਿੰਦ ਦੇ ਕਰ ਸੰਗ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਲ ਦੇ ਕਰਕੇ ਰਾਜ ਤਿਲਕ ਕੋ ਕਰ ਨ੍ਰਿਪ ਮਾਥੇ। ਤੇ ਮਹਾਰਾਜ ਫਿਰ ਉਹਨੂੰ ਰਾਜ ਤਿਲਕ ਉਹਦੇ ਮੱਥੇ ਤੇ ਲਾ ਦਿੰਦੇ ਆ। ਜਾ ਲੈ ਜਾ ਘੋੜਾ, ਔਰ ਆ ਸਰੂਪਾ ਖਿਲਤ, ਤੈਨੂੰ ਤੇਰਾ ਰਾਜ ਬਖਸ਼ਿਆ। ਤਿਲਕ ਦੇ ਦਿੰਦੇ ਆ, ਜਾ ਉਸ ਇਲਾਕੇ ਦਾ ਹੁਣ ਤੂੰ ਰਾਜਾ ਹੈ, ਤੇਰਾ ਗੁਨਾਹ ਮਾਫ ਹੋਇਆ, ਅੱਗੇ ਤੋਂ ਪਰਜਾ ਨੂੰ ਸੁਖ ਦੇਣਾ ਹੈ। ਬਾਹੋ ਗਹਾਏ ਸ਼ਾਹੋ ਕੈ ਸਾਥੇ। ਉਹ ਰਾਜੇ ਦੀ ਬਾਂਹ ਬਾਦਸ਼ਾਹ ਨੂੰ ਮਹਾਰਾਜ ਫੜਾਉਂਦੇ ਹਨ। ਪੁਨ ਸਿੱਖਿਆ ਕੋ ਭਲੇ ਸਿਖਾਵੈ। ਫਿਰ ਮਹਾਰਾਜ ਭਲੀ ਉਹਨਾਂ ਨੂੰ ਸਿੱਖਿਆ ਦਿੰਦੇ ਹਨ। ਕਰੈ ਅਵਗਿਆ ਸੋ ਦੁੱਖ ਪਾਵੈ। ਜੇ ਅੱਗੇ ਅਵਗਿਆ ਕੀਤੀ, ਮਾੜੇ ਕੰਮ ਕੀਤੇ, ਫਿਰ ਦੁੱਖ ਪਾਵੋਗੇ।
ਰਹੋ ਸ਼ਾਹੋ ਢੇ ਨਿਤ ਅਨੁਸਾਰੀ। ਦੇਖੋ ਹੁਣ ਇਹਦਾ ਰਾਜ ਇਸ ਕਰਕੇ ਭਾਈ ਇਸ ਬਾਦਸ਼ਾਹ ਦੇ ਤੁਸੀਂ ਹਮੇਸ਼ਾ ਅਨੁਸਾਰੀ ਰਹੇ ਹੋ। ਬਖਸ਼ ਦਿਓ ਤੁਮ ਕੋ ਇਸ ਬਾਰੀ, ਇਸ ਵਾਰੀ ਤੁਹਾਨੂੰ ਬਖਸ਼ ਦਿੱਤਾ ਹੈ। ਰੁੱਖ ਲੱਖ ਜਹਾਂਗੀਰ ਗੁਰ ਘੇਰਾ, ਤੇ ਜਹਾਂਗੀਰ ਗੁਰੂ ਸਾਹਿਬ ਦਾ ਰੁੱਖ ਜਾਣ ਲੈਂਦਾ ਹੈ। ਦੀਏ ਰਾਜ ਤਿਨ ਕੇ ਤਿਨ ਫੇਰਾ, ਉਹਨਾਂ ਦੇ ਜਿਹੜੇ ਰਾਜ ਸਨ ਫਿਰ ਵਾਪਸ ਉਹਨਾਂ ਰਾਜਿਆਂ ਨੂੰ ਜਹਾਂਗੀਰ ਨੇ ਦੇ ਦਿੱਤੇ। ਸੰਗ ਦੀਏ ਉਮਰਾਓ ਵਿਸ਼ੇਸ਼, ਤੇ ਨਾਲ ਵਿਸ਼ੇਸ਼ ਉਮਰਾਓ ਜਿਹੜੇ ਹਨ ਵਜ਼ੀਰ ਅਮੀਰ ਵਜ਼ੀਰ ਦਿੱਤੇ ਨੇ। ਕਰੋ ਸਥਾਪਨ ਜੋ ਜਿਸ ਦੇਸ਼, ਜਿਹੜਾ ਵੀ ਭਾਈ ਤੁਹਾਡਾ ਦੇਸ਼ ਹੈ ਉਹ ਆਪਣਾ ਸਥਾਪਨ ਕਰ ਲਓ। ਗੁਰੂ ਸ਼ਾਹੋ ਦੁਨਹਨ ਕਰ ਨਾਮੋ, ਫਿਰ ਉਹ ਰਾਜਾ ਗੁਰੂ ਸਾਹਿਬ ਨੂੰ ਤੇ ਜਹਾਂਗੀਰ ਨੂੰ ਦੋਹਾਂ ਨੂੰ ਨਮਸਕਾਰ ਕਰਦਾ ਹੈ। ਮਹਿ ਪਾਲਕ ਗਮਨੇ ਤੇ ਸਮੋ, ਇਸ ਤਰ੍ਹਾਂ ਸਾਰੇ ਰਾਜੇ ਉਸ ਸਮੇਂ ਫਿਰ ਵਾਪਸ ਰਾਜ ਲੈ ਕੇ ਚੱਲੇ ਹਨ। ਨਿਜ ਨਿਜ ਰਾਜ ਸਾਜ ਕੋ ਪਾਏ, ਉਹਨਾਂ ਨੇ ਦੇਖੋ ਆਪੋ ਆਪਣਾ ਰਾਜ ਸਾਜ ਵੀ ਪਾ ਲਿਆ ਹੈ। ਏਮ ਸਤਿਗੁਰ ਯਸ ਬੜ ਜਗ ਛਾਏ, ਇਉਂ ਭਾਈ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਸਾਰੇ ਜਗਤ ਤੇ ਬਹੁਤ ਛਾਇਆ ਹੈ। ਸ੍ਰੀ ਹਰਿ ਗੋਬਿੰਦ ਪੁਨ ਸ਼ਾਹ ਸੰਗ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਬਾਦਸ਼ਾਹ ਦੇ ਨਾਲ ਕਹਿਤ ਭਏ ਅਸ ਬਚਨ ਮੰਗ, ਇਸ ਤਰ੍ਹਾਂ ਦੇ ਬਚਨ ਉਤਸ਼ਾਹ ਨਾਲ ਸਤਿਗੁਰੂ ਕਹਿੰਦੇ ਹਨ। ਅਬ ਹਮ ਜਾਵੇ ਨਿਜ ਗ੍ਰਹਿ ਊਰੇ, ਜਹਾਂਗੀਰ ਬਾਦਸ਼ਾਹ ਭਾਈ ਹੁਣ ਅਸੀਂ ਆਪਣੇ ਘਰ ਵੱਲ ਜਾਣਾ ਹੈ। ਦਿਵਸ ਬਿਤੇ ਕਛ ਨਹਿ ਇਤ ਥੋਰੇ, ਇੱਥੇ ਹੁਣ ਕੋਈ ਥੋੜੇ ਦਿਨ ਨਹੀਂ ਬੀਤੇ ਹਨ, ਭਾਵ ਸਾਨੂੰ ਆਇਆਂ ਨੂੰ ਬਹੁਤ ਸਮਾਂ ਹੋ ਗਿਆ ਹੈ। ਕਰੈ ਸ਼ਾਹ ਜਿਮ ਕਹੈ ਸ਼ਾਹ ਜਿਮ ਆਪ ਰਜਾਏ, ਜਹਾਂਗੀਰ ਬਾਦਸ਼ਾਹ ਕਹਿੰਦਾ ਹੈ ਕਿ ਮਹਾਰਾਜ ਜੀ ਜਿਸ ਤਰ੍ਹਾਂ ਤੁਹਾਡੀ ਰਜਾ ਹੈ, ਮੈਂ ਮੁਰੀਦ ਰਾਜੀ ਤਿਸ ਭਾਏ, ਮੈਂ ਤੇ ਤੁਹਾਡਾ ਮਰੀਦ ਹਾਂ ਉਸੇ ਤਰ੍ਹਾਂ ਹੀ ਮਹਾਰਾਜ ਮੈਂ ਰਾਜੀ ਹਾਂ। ਜੇ ਰਾਵ ਰਜਾਵੈ ਗ੍ਰਹਿ ਓਰੇ, ਮਹਾਰਾਜ ਜੀ ਜੇ ਤੁਸੀਂ ਘਰ ਵੱਲ ਚੱਲੇ ਹੋ, ਮੈਂ ਭੀ ਜਾਵੋ ਸੰਗ ਨ ਛੋਰੇ, ਮੈਂ ਵੀ ਨਾਲ ਹੀ ਜਾਵਾਂਗਾ ਤੁਹਾਡਾ ਸੰਗ ਨਹੀਂ ਛੱਡਾਂਗਾ। ਦਰਸ ਕਰੋ ਸੁਧ ਸਰ ਦਰਬਾਰੋ, ਨਾਲੇ ਮੈਂ ਮਹਾਰਾਜ ਜੀ ਅੰਮ੍ਰਿਤਸਰ ਦਰਬਾਰ ਦੇ ਹਰਿਮੰਦਰ ਸਾਹਿਬ ਦਰਸ਼ਨ ਕਰ ਲਵਾਂਗਾ। ਉਨਹਿ ਦੇਸ਼ ਕਸ਼ਮੀਰ ਸਿਧਾਰੋ, ਫਿਰ ਉੱਥੋਂ ਮਹਾਰਾਜ ਮੈਂ ਕਸ਼ਮੀਰ ਦੇਸ਼ ਨੂੰ ਜਾਵਾਂਗਾ। ਸੁਨ ਸਤਿਗੁਰ ਕਹਿ ਭਲੀ ਬਾਤ ਭੀ, ਸਤਿਗੁਰੂ ਜੀ ਸੁਣ ਕੇ ਕਹਿੰਦੇ ਜਹਾਂਗੀਰੇ ਵੀ ਭਾਈ ਚੰਗੀ ਗੱਲ ਹੈ। ਕਰੋ ਤਿਆਰੀ ਚੱਲੈ ਸੁਬਾਹੀ, ਤਾਂ ਫਿਰ ਤੂੰ ਹੁਣ ਤਿਆਰੀ ਕਰ ਲੈ, ਸੁਬਾਹ ਸਵੇਰੇ ਹੀ ਚੱਲਾਂਗੇ। ਅਸ ਬਿਦ ਬਚ ਬਿਲਾਸ ਪਗ ਬੰਦੇ, ਇਸ ਤਰ੍ਹਾਂ ਭਾਈ ਬਚਨ ਬਿਲਾਸ ਹੋਏ। ਫਿਰ ਜਹਾਂਗੀਰ ਨੇ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ। ਚੱਲਿਓ ਸ਼ਾਹੋ ਧਰ ਭਾਉ ਆਨੰਦੇ, ਬਾਦਸ਼ਾਹ ਭਾਈ ਹਿਰਦੇ ਅੰਦਰ ਆਨੰਦ ਭਾਵਨਾ ਜਿਹੜਾ ਹੈ ਸਤਿਕਾਰ ਧਾਰਦਾ ਹੋਇਆ ਮਹਾਰਾਜ ਕੋਲੋਂ ਚੱਲਿਆ ਹੈ। ਹੁਕਮ ਦਇਓ ਉਮਰਾਵਨ ਤਾਈ, ਜਿਹੜੇ ਉਮਰਾਵ ਹਨ ਵਜ਼ੀਰ ਅਮੀਰ ਉਹਨਾਂ ਨੂੰ ਹੁਕਮ ਦਿੱਤਾ ਹੈ। ਦਿਸ ਕਸ਼ਮੀਰ ਸੁਬਹਿ ਹੋਇ ਜਾਈ, ਕਿ ਕੱਲ ਨੂੰ ਕਸ਼ਮੀਰ ਵੱਲ ਸੁਬਾਹ ਹੁੰਦੇ ਤੁਰਨਾ ਹੈ।
ਕਰੋ ਤਿਆਰੀ ਨਿਸਾ ਮਜਾਰੀ। ਤਾਂ ਹੁਣ ਰਾਤ ਵਿੱਚ ਹੀ ਸਾਰੀ ਤਿਆਰੀ ਕਰ ਲਓ, ਗੁਰ ਸੰਗ ਚੱਲੇ ਆਨੰਦ ਵੱਡ ਧਾਰੇ। ਗੁਰੂ ਸਾਹਿਬ ਦੇ ਨਾਲ ਹੀ ਵੱਡਾ ਆਨੰਦ ਧਾਰ ਕੇ ਚੱਲਾਂਗੇ। ਇਤ ਗੁਰ ਭਏ ਤਿਆਰ ਸ਼ੁਭ ਭਾਂਤ। ਇਧਰ ਭਾਈ ਗੁਰੂ ਪਾਤਸ਼ਾਹ ਵੀ ਸ਼ੁਭ ਤਰੀਕੇ ਸਹਿ ਤਿਆਰ ਹੋਏ। ਸੁਨ ਸੰਗਤ ਜਾਵੇ ਗੁਰ ਪ੍ਰਾਤ। ਤਾਂ ਸੁਣ ਕੇ ਸੰਗਤਾਂ ਸਤਿਗੁਰਾਂ ਕੋਲ ਜਾਂਦੀਆਂ ਹਨ। ਬੀਤੀ ਨਿਸਾ ਭਈ ਭੁਨਸਾਰ। ਰਾਤ ਇਉਂ ਬੀਤ ਗਈ ਹੈ, ਸਵੇਰ ਹੋਈ ਹੈ। ਸੰਗਤ ਆਈ ਸਭ ਦਿਰਵਾਰ। ਸੰਗਤਾਂ ਜੋ ਸਾਰੀਆਂ ਮਹਾਰਾਜ ਦੇ ਆਲੇ ਦੁਆਲੇ ਦਰਬਾਰ ਵਿੱਚ ਜਿੰਨੀਆਂ ਵੀ ਆਲੇ ਦੁਆਲੇ ਤੋਂ ਸੰਗਤਾਂ ਪਹੁੰਚੀਆਂ ਹਨ, ਅਨਕ ਵਿਧਨ ਭੇਟਾ ਚੜਵਾਈ। ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਮਹਾਰਾਜ ਨੂੰ ਚੜਾਈਆਂ ਹਨ। ਲੱਗੇ ਅੰਬਾਰ ਅੰਤ ਨਹਿ ਪਾਈ। ਭੇਟਾਵਾਂ ਦੇ ਅੰਬਾਰ ਲਾਗੇ ਕੋਈ ਅੰਤ ਨਹੀਂ ਪਾਇਆ ਜਾਂਦਾ। ਕਿੰਨੇ ਭੇਟਾਵਾਂ ਧਨ ਪਦਾਰਥ ਹੈ। ਪੁਨਹ ਚੜੇ ਗੁਰ ਬੰਬ ਬਜਾਈ। ਫਿਰ ਮਹਾਰਾਜ ਜੀ ਬੰਬ ਵਜਾ ਕੇ ਭਾਵ ਕਿ ਨਗਾਰਾ ਵਜਾ ਕਰਕੇ ਚੜੇ ਹਨ। ਉਤ ਚੜ ਪਰਾ ਸ਼ਾਹੋ ਸੁਖ ਪਾਏ। ਉਧਰੋਂ ਬਾਦਸ਼ਾਹ ਵੀ ਸੁਖ ਪਾ ਕੇ ਨਾਲ ਮਹਾਰਾਜ ਦੇ ਉਹਨੇ ਵੀ ਚੜ੍ਹਾਈ ਕੀਤੀ ਹੈ। ਸਿੱਖਨ ਪ੍ਰਤ ਗੁਰ ਬੇਦਾ ਸੋ ਦੀਨੀ। ਸਿੱਖਾਂ ਪ੍ਰਤੀ ਸਾਰਿਆਂ ਨੂੰ ਫਿਰ ਜਿੰਨੇ ਵੀ ਹੈ ਸਿੱਖਨ ਪ੍ਰਤ ਗੁਰ ਬੇਦਾ ਸਾਰਿਆਂ ਨੇ ਵਿਦਾਇਗੀ ਦਿੱਤੀ ਹੈ। ਪਗ ਬੰਦੇ ਮਨ ਆਨੰਦ ਭੀਨੀ। ਸਭ ਨੇ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ। ਜੋ ਮਨ ਹੈ ਸੰਗਤਾਂ ਦਾ ਆਨੰਦ ਵਿੱਚ ਭਿੱਜਿਆ ਹੈ। ਚੱਲੇ ਅਗਾਰੀ ਗਜ ਪਰਨਾਥ। ਸਭ ਤੋਂ ਅੱਗੇ ਹਾਥੀ ਦੇ ਉੱਤੇ ਮਾਲਕ ਸਤਿਗੁਰੂ ਜੀ ਸਵਾਰ ਹੋ ਕੇ ਚੱਲੇ। ਸ਼ਾਹ ਮਿਲਿਓ ਆਦਰ ਹਿਤ ਸਾਥ। ਬਾਦਸ਼ਾਹ ਜੋ ਹੈ ਉਹ ਬੜੇ ਆਦਰ ਨਾਲ ਪ੍ਰੇਮ ਸਹਿਤ ਮਿਲਿਆ ਹੈ। ਸਾਚੋ ਪਾਤਸ਼ਾਹ ਪੁਨ ਸ਼ਾਹ। ਇੱਕ ਸੱਚਾ ਪਾਤਸ਼ਾਹ ਗੁਰੂ ਹਰਗੋਬਿੰਦ ਹੈ ਤੇ ਦੂਜਾ ਬਾਦਸ਼ਾਹ ਹੈ। ਚੱਲੇ ਬੱਜੈ ਬਹੁ ਬੰਬ ਉਮਾਹ। ਚੱਲ ਪਏ ਨੇ ਤੇ ਬਹੁਤ ਹੀ ਉਤਸ਼ਾਹ ਨਾਲ ਨਗਾਰੇ ਵੱਜਦੇ ਹਨ। ਸਨੇ ਸਨੇ ਚੱਲ ਨਿਸ ਬਿਸਰਾਮੈ। ਹੌਲੀ ਹੌਲੀ ਚੱਲਦਿਆਂ ਰਾਤ ਨੂੰ ਵਿਸਰਾਮ ਕਰਦਿਆਂ। ਦਿਵਸ ਚੜੇ ਪੁਨ ਮਗ ਪਰ ਰਾਮੈ। ਤੇ ਜਦੋਂ ਦਿਨ ਚੜ੍ਹਦਾ ਫੇਰ ਰਸਤੇ ਪਰ ਰਮਤ ਕਰਦੇ ਚੱਲਦੇ ਹਨ। ਜਹਾਂ ਜਾਏ ਨਰ ਭੇਟਾ ਲੇਵੈ। ਜਿੱਥੇ ਵੀ ਜਾਂਦੇ ਹਨ ਮਹਾਰਾਜ ਬਹੁਤ ਲੋਕ ਭੇਟਾਵਾਂ ਲੈ ਕੇ ਸਤਿਗੁਰਾਂ ਕੋਲ ਆਉਂਦੇ। ਸਾਚੇ ਪਾਤਸ਼ਾਹੋ ਸ਼ਾਹ ਦੇਵੈ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟਾਵਾਂ ਦਿੰਦੇ ਆ। ਜਿਹੜੇ ਫਿਰ ਕੋਈ ਸਰਕਾਰੀ ਲੋਕ ਉਹ ਬਾਦਸ਼ਾਹ ਦਾ ਵੀ ਸਤਿਕਾਰ ਕਰਦੇ ਹਨ। ਅਸ ਬਿਦ ਮਗ ਉਲੰਘ ਕਰ ਸਾਰੀ। ਇਸ ਤਰ੍ਹਾਂ ਸਾਰਾ ਰਸਤਾ ਲੰਘ ਕੇ ਆਏ ਸੁਦਾ ਸਰ ਨਿਕਟ ਸੁਖਾਰੇ। ਇਉਂ ਸੁੱਖਾਂ ਦੇ ਦਾਤੇ ਭਾਈ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜ ਆ ਗਏ ਨੇ। ਜੇਠਾ ਭੇਜਿਓ ਹੁਤੋ ਅਗਾਰੀ। ਭਾਈ ਜੇਠਾ ਜੀ ਨੂੰ ਸਤਿਗੁਰਾਂ ਨੇ ਪਹਿਲਾਂ ਭੇਜਿਆ ਹੁੰਦਾ ਹੈ। ਪੰਚਾਮ੍ਰਤ ਕੀਜੈ ਬਹੁ ਤਿਆਰੀ। ਕਿ ਜਾ ਕੇ ਬਹੁਤ ਹੀ ਕੜਾਹ ਪ੍ਰਸ਼ਾਦ ਤਿਆਰ ਕਰ ਲੋ। ਜੇਠਾ ਜੀ ਜਬ ਪੁਰ ਮਹਿ ਆਇਓ। ਜਦੋਂ ਪਹਿਲਾਂ ਭਾਈ ਜੇਠਾ ਜੀ ਸ੍ਰੀ ਅੰਮ੍ਰਿਤਸਰ ਪਹੁੰਚ ਗਏ। ਸਭ ਬਿਰਤੰਤ ਸਤਿਗੁਰ ਕੋ ਗਾਇਓ। ਭਾਈ ਜੇਠਾ ਜੀ ਨੇ ਆ ਕੇ ਸਾਰਾ ਬਿਰਤਾਂਤ ਗੁਰੂ ਸਾਹਿਬ ਦਾ ਸਾਰੇ ਭਾਈ
ਗੁਰਦਾਸ ਜੀ, ਬਾਬਾ ਬੁੱਢਾ ਜੀ, ਮਾਤਾ ਗੰਗਾ ਜੀ ਤੇ ਮਾਤਾ ਦਮੋਦਰੀ ਜੀ, ਦੂਸਰੇ ਮਾਤਾਵਾਂ, ਸਾਰਿਆਂ ਨੂੰ ਹੀ, ਹੋਰ ਸਿੱਖ ਸੰਗਤਾਂ ਨੂੰ ਸਾਰੀ ਗੱਲ ਦੱਸੀ। ਕਿਵੇਂ ਰਾਜੇ ਰਿਹਾ ਕਰਵਾਏ ਐ, ਕੀ ਕੁਝ ਹੋਇਆ ਹੈ, ਕਿਵੇਂ ਚੰਦੂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ, ਉਹ ਸਾਰਾ ਕੁਝ ਵਰਤਾਂਤ ਗੁਰੂ ਪਾਤਸ਼ਾਹ ਜੀ ਦਾ ਗਾਇਆ ਭਾਵ ਸਭ ਨੂੰ ਦੱਸਿਆ ਹੈ। ਮਾਤਾ ਸ੍ਰੀ ਬੁੱਢਾ ਗੁਰਦਾਸ, ਮਾਤਾ ਗੰਗਾ, ਬਾਬਾ ਬੁੱਢਾ, ਭਾਈ ਗੁਰਦਾਸ ਜੀ, ਸੁਨ ਸਭ ਸੰਗਤ ਅਦਕ ਹੁਲਾਸ। ਤੇ ਹੋਰ ਸਿੱਖ ਸੰਗਤਾਂ ਸਭ ਸੁਣ ਕਰਕੇ ਬਹੁਤ ਹੀ ਜ਼ਿਆਦੇ ਹੁਲਾਸ ਖੁਸ਼ੀ ਵਿੱਚ ਹਨ। ਕਰੀ ਪੰਚਾਮ੍ਰਿਤ ਕੀ ਸਭ ਤਿਆਰੀ। ਤੇ ਫਿਰ ਭਾਈ ਕੜਾਹ ਪ੍ਰਸ਼ਾਦ ਦੀ ਸਾਰੀ ਤਿਆਰੀ ਕਰ ਲਈ ਹੈ। ਦਰਸੈ ਅਬ ਗੁਰ ਇੱਛਿਆ ਭਾਰੀ। ਹੁਣ ਇਹ ਬਹੁਤ ਵੱਡੀ ਇੱਛਾ ਹੈ ਸਭ ਦੇ ਅੰਦਰ ਕਿ ਮਹਾਰਾਜ ਦੇ ਦਰਸ਼ਨ ਹੋਣ। ਉਤ ਗੁਰ ਜਬ ਪੁਰ ਕੇ ਨੀਰਾਹੀ। ਉਧਰ ਹੁਣ ਜਦੋਂ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਆਏ ਹਨ, ਸ਼ੋਭ ਥਲ ਸੇਵਰ ਕਰਾਇਓ ਸ਼ਾਹੀ। ਬਾਦਸ਼ਾਹ ਦਾ ਚੰਗੀ ਜਗ੍ਹਾ ਤੇ ਸ਼ਿਵਰ ਟਿਕਾਣਾ ਕਰਵਾਇਆ ਹੈ। ਵਿਧੀ ਚੰਦ ਕੋ ਗੁਰ ਫੁਰਮਾਇਓ। ਬਾਬਾ ਵਿਧੀ ਚੰਦ ਜੀ ਨੂੰ ਸਤਿਗੁਰਾਂ ਨੇ ਬਚਨ ਕਹੇ, ਸ਼ਾਹਾ ਫੌਜ ਸਭ ਰਸਤ ਪਹੁੰਚਾਇਓ। ਇਹ ਬਾਦਸ਼ਾਹ ਦੇ ਤੇ ਫੌਜ ਨੂੰ ਸਾਰੀ ਰਸਦ ਪਹੁੰਚਦੀ ਕਰ ਦਿਓ। ਹਾਜ਼ਰਤ ਕਰ ਜੋਰੇ ਗੁਰ ਪਾਸ। ਬਾਦਸ਼ਾਹ ਨੇ ਹੱਥ ਜੋੜੇ ਤੇ ਸਤਿਗੁਰੂ ਜੀ ਦੇ ਕੋਲ ਆਸ ਵਿਦ ਬੇਨਤੀ ਕੀਨ ਪ੍ਰਕਾਸ਼। ਇਸ ਤਰ੍ਹਾਂ ਪ੍ਰਤੱਖ ਬੇਨਤੀ ਕੀਤੀ ਹੈ, ਹੇ ਸਤਿਗੁਰ ਅਬ ਨਿਜ ਗ੍ਰਹਿ ਜਾਵੋ। ਹੇ ਸਤਿਗੁਰੂ ਜੀ ਹੁਣ ਤੁਸੀਂ ਵੀ ਆਪਣੇ ਘਰ ਜਾਵੋ ਜੀ। ਨਿਜ ਪਰਿਵਾਰ ਮਿਲੋ ਸੁਖ ਪਾਵੋ। ਜਾ ਕੇ ਆਪਣੇ ਪਰਿਵਾਰ ਨੂੰ ਮਿਲੋ, ਸੁਖ ਆਨੰਦ ਪਾਵੋ ਜੀ। ਹਮ ਭੀ ਸੁਬਹਿ ਦਰਸ ਕੋ ਆਵੇ। ਬਾਦਸ਼ਾਹ ਕਹਿੰਦਾ, ਮਹਾਰਾਜ ਅਸੀਂ ਵੀ ਹੁਣ ਸਵੇਰੇ ਦਰਸ਼ਨਾਂ ਵਾਸਤੇ ਆਵਾਂਗੇ। ਹਰ ਮੰਦਰ ਦਰਸੈ ਸੁਖ ਪਾਵੇ। ਤੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਂਗੇ, ਸੁਖ ਆਨੰਦ ਪਾਵਾਂਗੇ। ਖਾਂ ਵਜ਼ੀਰ ਅਰ ਸ਼ਾਹੋ ਥਿਰਾਏ। ਵਜ਼ੀਰ ਖਾਂ ਬਾਦਸ਼ਾਹ ਹੋਰ ਸਾਵੇ ਜਿੱਥੇ ਟਿਕਾਣਾ ਸੀ ਉਹ ਟਿਕ ਗਏ ਹਨ। ਸਤਿਗੁਰ ਪੁਰ ਤਿਸ ਤਬ ਚੱਲ ਆਏ। ਇਹ ਗੁਰੂ ਪਾਤਸ਼ਾਹ ਜੀ ਭਾਈ ਨਗਰ ਵਿੱਚ ਆ ਗਏ ਹਨ। ਅਗਰਜ ਅਗਰਜ ਸਤਿਗੁਰ ਜਾਵੇ। ਅੱਗੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਹਨ। ਮਗਰਜ ਮਗਰਜ ਚੰਦ ਲਿਆਵੇ। ਪਿੱਛੇ ਪਿੱਛੇ ਚੰਦੂ ਨੂੰ ਫੜ ਕੇ ਲਿਆਂਦਾ ਜਾ ਰਿਹਾ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਖਸ਼ਟਮ ਮਹੱਲੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ 6ਵੇਂ ਮਹੱਲੇ ਦੀ ਜੋ ਕਥਾ ਹੈ, ਸ੍ਰੀ ਗੁਰੂ ਜੀ ਦਿੱਲੀ ਤੇ ਆਵਨ ਪ੍ਰਸੰਗ ਵਰਣਨ। ਦਿੱਲੀ ਤੋਂ ਸਤਿਗੁਰੂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਇਹ ਪ੍ਰਸੰਗ ਵਰਣਨ ਕੀਤਾ ਹੈ। ਨਾਮ ਨਵਮੋ ਮੰਦਰ ਹੈ, ਨਾਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅੱਗੇ 10ਵੇਂ ਘਰ ਦਾ ਪ੍ਰਸੰਗ ਦੱਸਣ ਲੱਗੇ ਹਨ। ਸ੍ਰੀ ਗੁਰ ਹਰਿ ਗੋਬਿੰਦ ਜੀ ਸੁਧਾ ਸਰੋਵਰ ਆਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਅੰਮ੍ਰਿਤਸਰ ਸਰੋਵਰ ਅੰਮ੍ਰਿਤਸਰ ਆ ਪਹੁੰਚੇ ਹਨ। ਸਿੱਖ ਸੰਗਤ ਆਗਮਨ ਪਿਖ ਮਿਲੇ ਅਗਰਜ ਸੁਖ ਪਾਏ। ਸਿੱਖ ਸੰਗਤਾਂ ਸਤਿਗੁਰਾਂ ਦਾ ਆਉਣਾ ਵੇਖ ਕੇ ਅੱਗਿਓਂ ਮਿਲੀਆਂ ਹਨ ਔਰ ਸੁਖ ਪਾਇਆ ਹੈ। ਚੌਪਈ
ਹਰਖਤ ਹੋਇ ਪਗ ਬੰਦਨ ਕਰੀ। ਤੇ ਖੁਸ਼ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਦੇ ਹਨ। ਬ੍ਰਿਧ ਭਾਈ ਸੰਗਤ ਤੇਹ ਘਰੀ। ਕੌਣ ਕੌਣ ਨੇ? ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਹੋਰ ਸੰਗਤਾਂ ਨੇ ਉਸ ਸਮੇਂ। ਕੁਸਲਾਨੰਦ ਗੁਰ ਭੂਜਨ ਕਰਿਓ। ਗੁਰੂ ਪਾਤਸ਼ਾਹ ਨੇ ਸੁਖ ਆਨੰਦ ਪੁੱਛੀ ਹੈ। ਕਿਰਪਾ ਆਪ ਕੀ ਸਭ ਹਨ ਹਰਿਓ। ਤਾਂ ਸਭ ਨੇ ਕਿਹਾ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੇ, ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਕੁਝ ਆਨੰਦ ਠੀਕ ਹੈ, ਸਭ ਕੁਝ ਖੁਸ਼ੀ ਹੈ। ਬੜ ਆਨੰਦ ਜੁਤ ਪੁਰ ਪਰਵੇਸੇ। ਫਿਰ ਵੱਡੇ ਆਨੰਦ ਦੇ ਨਾਲ ਸਤਿਗੁਰੂ ਜੀ ਨਗਰ ਵਿੱਚ ਪ੍ਰਵੇਸ਼ ਹੋਏ। ਆਏ ਦਰਸ਼ਨੀ ਪੌਰ ਵਸੇਖੇ। ਵਿਸ਼ੇਸ਼ ਤੌਰ ਤੇ ਆ ਕੇ ਦਰਸ਼ਨੀ ਦਰਵਾਜ਼ਾ, ਦਰਸ਼ਨੀ ਦਿਉੜੀ, ਪੌਰ, ਤੇ ਇਹ ਪਹਿਲਾਂ ਇਹ ਜਿਹੜਾ ਹੈ ਦਰਸ਼ਨੀ ਪੌੜ ਕਿਹਾ ਜਾਂਦਾ ਹੈ ਅਕਾਲ ਤਖ਼ਤ ਸਾਹਿਬ ਦੇ ਨਾਲ, ਜਿਹੜਾ ਘਰਾਂ ਵਾਲੇ ਪਾਸਿਓਂ, ਕਿਉਂਕਿ ਇੱਧਰਲੇ ਪਾਸੇ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਦੇ ਉਹ ਸ਼ਿਵ ਦੇ ਪਾਸੇ ਨੂੰ, ਇੱਧਰ ਜਿਹੜਾ ਉੱਤਰ ਵਾਲੀ ਸਾਈਡ ਹੈ, ਇਹ ਉੱਧਰ ਦੀ ਵੀ ਜਿੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਆਪਾਂ ਵੇਖਦੇ ਹਾਂ ਕਿ ਸੰਗਤ ਉੱਧਰ ਦੀ ਵੀ ਆਉਂਦੀ ਹੈ, ਉਹ ਉੱਧਰ ਹੁੰਦੀ ਸੀ ਡਿਉੜੀ ਪਹਿਲਾਂ। ਤੇ ਫਿਰ ਅੱਗੇ ਜਾ ਕੇ ਮਹਾਰਾਜ ਦੇ ਘਰ ਸਨ ਸਾਰੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਦਰਸ਼ਨੀ ਪੌਰ ਦੇ ਰਾਹੀਂ ਹਰ ਮੰਦਰ ਮਹਿ ਗਏ ਗੁਸਾਈ। ਮਾਲਕ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਗਏ ਹਨ। ਅਦਕ ਭਾਉ ਧਰ ਗਰੀਬ ਨਿਵਾਈ। ਬਹੁਤ ਭਾਵਨਾ ਧਾਰ ਕੇ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਸਿਰ ਨਵਾਇਆ, ਨਮਸਕਾਰ ਕੀਤੀ। ਤਬ ਬੁੱਢੇ ਅਰਦਾਸ ਉਚਾਰੀ। ਤਦ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਹੈ। ਪੰਜ ਗੁਰਨ ਲੈ ਨਾਮ ਅਗਾਰੀ। ਪਹਿਲਾਂ 5 ਗੁਰੂ ਸਾਹਿਬਾਨ ਦੇ ਨਾਮ ਲਏ ਹਨ। ਬਹੁਰ ਕਰਾਹਾ ਭਲੇ ਵਰਤਾਇਓ। ਫਿਰ ਭਾਈ ਚੰਗਾ ਜੋ ਕੜਾ ਪ੍ਰਸ਼ਾਦ ਵਰਤਾਇਆ ਹੈ। ਅਦਕ ਪ੍ਰਮੋਦ ਸਭਨ ਲੈ ਖਾਇਓ। ਸਾਰਿਆਂ ਨੇ ਬਹੁਤ ਹੀ ਖੁਸ਼ੀ ਨਾਲ ਲੈ ਕਰਕੇ ਛਕਿਆ ਹੈ। ਉੱਠ ਕਰ ਪੁਨਹਿ ਪ੍ਰਕਰਮਾ ਦੀਨ। ਫੇਰ ਉੱਠ ਕੇ ਸਤਿਗੁਰਾਂ ਪ੍ਰਕਰਮਿਆਂ ਕੀਤੀਆਂ ਹਨ। ਥਿਰੇ ਅਗਰ ਅਬ ਬੰਧਨ ਕੀਨ। ਸਤਿਗੁਰੂ ਸੱਚੇ ਪਾਤਸ਼ਾਹ ਬੈਠ ਗਏ। ਸਭ ਨੇ ਅੱਗੇ ਆ ਕੇ ਸਤਿਗੁਰੂ ਜਾਂ ਫਿਰ ਅੱਗਿਓਂ ਆ ਕੇ ਮੁੱਖ ਦਰਵਾਜ਼ੇ ਤੇ ਫਿਰ ਭਾਈ ਬੰਦਨਾ ਕੀਤੀ। ਪੁਨਹਿ ਅਕਾਲ ਤਖਤ ਗੁਰ ਆਏ। ਫਿਰ ਮਹਾਰਾਜ ਅਕਾਲ ਤਖਤ ਤੇ ਆ ਗਏ ਹਨ। ਪੰਚਾਮ੍ਰਿਤ ਭਲ ਭੇਟ ਚੜਾਏ। ਉਥੇ ਵੀ ਭਲੀ ਪ੍ਰਕਾਰ ਕੜਾ ਪ੍ਰਸ਼ਾਦ ਭੇਟ ਚੜਾਇਆ ਹੈ। ਖਰੇ ਕਰਾਵਨ ਕੋ ਅਰਦਾਸ। ਤਾਂ ਉੱਥੇ ਖੜ ਗਏ ਅਰਦਾਸ ਕਰਾਉਣ ਦੇ ਵਾਸਤੇ। ਹਰਖਤ ਹੋਏ ਕੀਨੀ ਗੁਰਦਾਸ। ਆਨੰਦ ਖੁਸ਼ੀ ਨਾਲ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ। ਜਿਵੇਂ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਹੈ, ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਹੋਏ। ਜਦੋਂ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਭਾਈ ਗੁਰਦਾਸ ਜੀ ਨੇ ਕਰਨੀ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਾਬਾ ਬੁੱਢਾ ਜੀ ਨੇ ਕਰਨੀ। ਬੈਠੇ ਤਖਤ ਸ਼ੋਭ ਗੁਰ ਭਾਵੈ। ਮਹਾਰਾਜ ਤਖਤ ਤੇ ਬੈਠ ਕੇ ਸਤਿਗੁਰੂ ਸ਼ੋਭਾ ਪਾਉਂਦੇ ਨੇ। ਵਿਧੀ ਚੰਦ ਉਤ ਬੇਬਤ ਬਣਾਵੈ। ਹਿਦਰ ਵਿਧੀ ਚੰਦ ਬੈਠਾ ਬਿਅੰਤਾਂ ਬਣਾਉਂਦਾ ਹੈ। ਚੰਦੂ ਕੋ ਹਿਤ ਸੈਰ ਬਜ਼ਾਰੀ। ਹੈ ਚੰਦੂ ਦੀ ਬਾਜ਼ਾਰ 'ਚ ਸੈਰ ਕਰਾ ਦਈਏ। ਸਵਾਨ ਸੰਗਰੀ ਗਲ ਮਹਿੰਡਾਰੀ। ਤਾਂ ਫਿਰ ਭਾਈ ਕੁੱਤਿਆਂ ਵਾਲੀ ਸੰਗਲੀ ਇਹਦੇ ਗਲ 'ਚ ਪਵਾ ਦਿੱਤੀ।
ਹਾਥ ਚੰਡਾਲਨ ਕੇ ਗਹਿਵਾਈ। ਤੇ ਚੰਡਾਲਾਂ ਦੇ ਹੱਥ ਵਿੱਚ ਉਹ ਫੜਾਤੀ ਹੈ। ਜਿਹੜੇ ਪੁਰਾਣੇ ਸਮਿਆਂ ਵਿੱਚ ਉਹਨਾਂ ਨੂੰ ਜੰਗਲਾਂ ਵਿੱਚ ਰਹਿਣ ਵਾਲੀ ਇੱਕ ਜਾਤੀ ਹੁੰਦੀ, ਉਹ ਕੁੱਤੇ ਲੈ ਕੇ ਸ਼ਿਕਾਰ ਕਰਦੇ ਹੁੰਦੇ ਸਨ। ਤੇ ਉਹਨਾਂ ਦਾ ਕੰਮ ਉਹੋ ਜਿਹਾ ਹੀ ਰੂਪ ਹੁੰਦੇ ਸੀ, ਜਾਨਵਰ ਖਾਈ ਜਾਣੇ, ਕੁੱਤਿਆਂ ਨਾਲ ਸ਼ਿਕਾਰ ਕਰਨਾ। ਉਹਨਾਂ ਨੂੰ ਲਿਆਂਦਾ ਸੀ ਨਾਲ ਕਿ ਇਹਨੂੰ ਫੜ ਕੇ ਵੀ ਤੁਸੀਂ ਰੱਖਣਾ, ਇਹਦੀ ਸੰਗਲੀ ਕੁੱਤਾ ਬਣਾਇਆ ਹੋਇਆ ਨਾ। ਤੇ ਉਹ ਚੰਡਾਲਾਂ ਨੇ ਹੱਥ ਫੜਾ ਦਿੱਤੀ ਸੰਗਲੀ। ਆਨਿਓ ਗੁਰ ਬਾਜ਼ਾਰ ਕੇ ਥਾਈ। ਇਸ ਤਰ੍ਹਾਂ ਭਾਈ ਗੁਰੂ ਸਾਹਿਬ ਕੋਲੋਂ ਲਿਆ ਕੇ ਬਾਜ਼ਾਰ ਦੇ ਵਿੱਚ ਲਿਆਂਦਾ। ਸਿਰ ਮੁਖ ਪਰ ਸੋ ਪੈਦ ਭੇ ਬਾਰੀ। ਤੇ ਸਿਰ ਮੂੰਹ ਮਹਾਰਾਜ ਤੇ ਹੁਕਮ ਸੀ ਹੁਣ ਜੋ ਆਉਂਦਾ ਜੁੱਤੀਆਂ ਮਾਰਦਾ ਹੈ। ਭਾਲੂ ਸਮ ਤਨ ਭਰਤ ਨਿਹਾਰੀ। ਧੂੜ ਮਿੱਟੀ ਇਹਦੇ ਤੇ ਪਿਆ ਹੋਇਆ ਸੀ, ਬੁਰਾ ਇਹਦਾ ਹਾਲ ਸੀ। ਕਿਹੜਾ ਕਿਸੇ ਨੇ ਕੋਈ ਨੂੰ ਨਵਾਇਆ ਸੀ, ਉਹੋ ਜਿਹੀ ਹਾਲਤ ਸੀ। ਤੇ ਮੈਲੇ ਕੁਚੈਲੇ ਕੱਪੜੇ ਸਨ। ਤੇ ਭਾਲੂ ਸਮ, ਭਾਲੂ ਵਾਂਗੂ ਇਹਦਾ ਜਿਹੜਾ ਸਰੀਰ ਸੀ ਉਹ ਦਿਸਦਾ ਹੈ। ਇੱਕ ਵਿਰਾਟ ਕਾ ਹਾਟ ਮੰਗਾਵੇ। ਤਾਂ ਫਿਰ ਇੱਕ ਕੌਡੀ ਜਿਹੜੀ ਹੈ ਉਹ ਕਹਿੰਦੇ ਮੰਗ ਇੱਥੋਂ, ਹੱਟੀ ਤੋਂ ਇਹਨੂੰ ਕਹਿੰਦੇ ਕੌਡੀ ਮੰਗਣੀ ਹੈ, ਮੰਗਤਾ ਬਣਾਇਆ। ਪਨ ਹੀ ਪਾਂਚ ਬਠਾਏ ਲਗਾਵੇ। ਤੇ ਦੁਕਾਨਦਾਰ ਨੂੰ ਕਹਿੰਦੇ ਇਹਨੂੰ ਇੱਕ ਕੌਡੀ ਦੇ ਕੇ 5 ਜੁੱਤੀਆਂ ਦੇ ਸਿਰ 'ਚ ਮਾਰਨੀਆਂ। 5 ਭਾਈ ਪਨਹੀ ਨਾਮ ਜੁੱਤੀ ਦਾ, 5 ਜੁੱਤੀਆਂ ਫਿਰ ਬਿਠਾ ਕੇ ਇਹਦੇ ਸਿਰ 'ਚ ਪੈਂਦੀਆਂ ਹਨ। ਪੁਰ ਕੇ ਬਾਰਕ ਹੋਏ ਸਮਦਾਈ। ਨਗਰ ਦੇ ਬੱਚੇ ਜਿੰਨੇ ਸਭ ਇਕੱਠੇ ਹੋ ਗਏ। ਹਰਖ ਧਾਰ ਸੁਨ ਆਵਤ ਧਾਏ। ਉਹ ਖੁਸ਼ੀ ਧਾਰੀ ਹੈ, ਸੁਣ ਕੇ ਭੱਜੇ ਹੀ ਆਏ ਹਨ। ਚੰਦ ਮਹੰਤ ਬਣਿਓ ਅਤਨੀਕਾ। ਚੰਦੂ ਤੇ ਅੱਜ ਚੰਗੀ ਤਰ੍ਹਾਂ ਵੱਡਾ ਮਹੰਤ ਬਣਾਇਆ ਹੋਇਆ ਹੈ। ਮਸਤਕ ਜੂਤ ਲਗਾਵੇ ਟੀਕਾ। ਇਹ ਜਾਣੋ ਜਿਵੇਂ ਮਹੰਤ ਦੇ ਮੱਥੇ ਤੇ ਟਿੱਕਾ ਲਾਇਆ ਜਾਂਦਾ, ਅੱਜ ਚੰਦੂ ਦੇ ਜੁੱਤੀਆਂ ਦਾ ਮੱਥੇ ਤੇ ਟਿੱਕਾ ਲੱਗ ਰਿਹਾ ਹੈ। ਗਰ ਜੂਤਨ ਕੀ ਮਾਲ ਵਿਸਾਲਾ। ਗਲ ਦੇ ਵਿੱਚ ਵੱਡੀ ਮਾਲਾ ਜੁੱਤੀਆਂ ਦੀ ਪਾਈ ਹੋਈ ਹੈ। ਬਹੁ ਕਰ ਚਮਰ ਕਰੈ ਤਿਸ ਕਾਲਾ। ਜਿਵੇਂ ਮਹੰਤ ਦੇ ਗਲ ਵਿੱਚ ਵੱਡੀ ਮਾਲਾ ਹੁੰਦੀ ਹੈ, ਇਹਦੇ ਜੁੱਤੀਆਂ ਦੀ ਮਾਲਾ। ਫਿਰ ਮਹੰਤ ਮੁਖੀ ਦੇ ਸਿਰ ਤੇ ਚੌਰ ਹੁੰਦਾ। ਬਹੁਕਰ ਚਮਰ ਕਰੈ ਤਿਸ ਕਾਲਾ। ਉਸ ਸਮੇਂ ਬਹੁਕਰ ਨਾਮ ਜਿਹੜਾ ਹੈ, ਝਾੜੂ ਵਾਂਝਾ ਕੁਛ ਵੀ ਅੱਗੇ ਸ਼ਬਦ ਆਪਾਂ ਸੂਣ, ਇਹ ਸਾਰੇ ਸ਼ਬਦ ਹਨ, ਬੌਕਰ ਵੀ ਕਹਿ ਦਿੰਦੇ ਆ। ਉਹ ਬੀਬੀਆਂ ਹੁਣ ਝਾੜੂ ਮਾਰਦੀਆਂ ਜਿਹੜੀਆਂ, ਤੇ ਉਹਨਾਂ ਨੇ ਉਹ ਚੱਕ ਲਿਆਉਣੇ, ਉਹ ਲਿਆ ਕੇ ਤੇ ਮਾਰਦੇ ਆ ਸਿਰ ਦੇ ਵਿੱਚ। ਕਹਿੰਦੇ ਜਾਣੋ ਭਾਈ ਬੌਕਰ ਦੇ ਉਸ ਸਮੇਂ ਦੇ ਤੇ ਚੌਰ ਹੋ ਰਿਹਾ ਹੈ। ਬਰਿੰਦ ਬਾਰ ਕੇ ਸੰਗ ਜੋ ਚੇਰੇ। ਜਿਵੇਂ ਮਹੰਤ ਨਾਲ ਚੇਲੇ ਹੁੰਦੇ ਆ, ਪਿੱਛੇ ਦੇ ਬਾਲਕ ਨੇ ਬਹੁਤ ਰੌਲਾ ਪਾਉਂਦੇ, ਉਹ ਜਾਣੋ ਭਾਈ ਇਹਦੇ ਨਾਲ ਚੇਲੇ ਹਨ। ਧੂਰ ਮੁਸ਼ਟ ਜਨ ਫੁੱਲਨ ਗੇਰੇ। ਫਿਰ ਮਹੰਤ ਜਿਹੜਾ ਹੁੰਦਾ ਜਿੱਥੋਂ ਦੀ ਲੰਘਦਾ ਲੋਕ ਸਤਿਕਾਰ 'ਚ ਫੁੱਲ ਵਰਸਾਉਂਦੇ ਆ। ਇਹ ਐਸਾ ਮਹੰਤ ਬਣਾਇਆ ਕਿ ਧੂੜ ਦੀਆਂ ਮੁੱਠਾਂ ਬੁੱਕ ਇਹਦੇ ਉੱਤੇ ਪੈਂਦੇ ਜਾਣੋ। ਧੂੜ ਦੀਆਂ ਮੁੱਠਾਂ ਪੈ ਰਹੀਆਂ ਬੁੱਕ ਮਿੱਟੀ, ਉਹ ਫੁੱਲ ਗੇਰੇ ਜਾ ਰਹੇ ਹਨ। ਅਨਕ ਪ੍ਰਕਾਰਨ ਗਾਰ ਨਿਕਾਰਤ। ਫਿਰ ਜਿਹੜਾ ਮਹੰਤ ਹੁੰਦਾ ਉਹਦੇ ਅੱਗੇ ਭੱਟ ਚੱਲਦੇ ਹੁੰਦੇ ਸੀ। ਭਾਈ ਫਲਾਣਾ ਮਹੰਤ ਜੀ ਆ ਰਹੇ ਨੇ। ਕਹਿੰਦੇ ਇਹਦੇ ਅਨੇਕਾਂ ਤਰ੍ਹਾਂ ਦੀਆਂ ਲੋਕ ਇਹਨੂੰ ਗਾਲਾਂ ਕੱਢਦੇ ਹਨ। ਭੱਟ ਚੇਲੇ ਜਨ ਸੋ ਜਸ ਉਚਾਰਤ। ਜਿਵੇਂ ਮਹੰਤ ਦੇ ਅੱਗੇ ਭੱਟ ਉਹਦੇ ਚੇਲੇ ਉਹਦਾ ਜਸ ਉਚਾਰਦੇ ਨੇ, ਇਹਨੂੰ ਇਸ ਤਰ੍ਹਾਂ ਥਾਂ ਥਾਂ ਤੋਂ ਗਾਲਾਂ ਪੈਂਦੀਆਂ ਨੇ। ਸਗਰੇ ਪੁਰ ਬਾਜ਼ਾਰ ਮਹਿ ਫੇਰਾ। ਸਾਰੇ ਨਗਰ ਬਾਜ਼ਾਰ ਵਿੱਚ ਇਹਨੂੰ ਫੇਰਿਆ ਗਿਆ। ਜਨ ਪੂਜਾ ਹਿਤ ਭਾਵਤ ਫੇਰਾ। ਜਿਵੇਂ ਕੋਈ ਮਹੰਤ ਪੂਜਾ ਦੇ ਵਾਸਤੇ ਨਗਰ ਦਾ ਫੇਰਾ ਪਾਉਂਦਾ ਹੈ,
ਪੁਰ ਨਰ ਨਾਰੀ ਯਸ ਗੁਰ ਗਾਵੇ। ਨਗਰ ਦੇ ਮਾਈ ਭਾਈ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜਸ ਗਾਉਂਦੇ ਨੇ। ਗੁਰ ਦਰੋਹੀ ਕਿਉ ਨਾ ਦੁੱਖ ਪਾਵੇ। ਤਾਂ ਦੱਸੋ ਭਾਈ, ਜਿਹੜੇ ਗੁਰੂ ਦੇ ਦਰੋਹੀ ਹੈ, ਗੁਰੂ ਨਾਲ ਦਰੋਹ ਕਮਾਉਣ ਵਾਲੇ ਆ, ਧਰੋਹ ਕਮਾਉਣ ਵਾਲੇ, ਉਹ ਕਿਵੇਂ ਨਹੀਂ ਦੁੱਖ ਪਾਉਣਗੇ। ਉਤ ਗੁਰ ਸਾਇੰਕਾਲ ਵਿਚਾਰਾ। ਇਧਰ ਹੁਣ ਗੁਰੂ ਪਾਤਸ਼ਾਹ ਨੇ ਸਾਇੰਕਾਲ ਸੰਧਿਆ ਦਾ ਸਮਾਂ ਵਿਚਾਰਿਆ ਹੈ। ਸ੍ਰੀ ਰਹਿ ਰਾਸ ਪਾਠ ਉਚਾਰਾ। ਸ੍ਰੀ ਰਹਿ ਰਾਸ ਸਾਹਿਬ ਜੀ ਦਾ ਫਿਰ ਪਾਠ ਹੋਇਆ ਹੈ। ਪੁਨ ਆਏ ਸ੍ਰੀ ਮਾਤਾ ਪਾਸ। ਫਿਰ ਆਪਣੇ ਸੁਭਾਏਮਾਨ ਸਤਿਕਾਰਯੋਗ ਮਾਤਾ ਗੰਗਾ ਜੀ ਕੋਲ ਪਹੁੰਚੇ। ਕੀਨ ਬੰਦਨਾ ਧਰੇ ਹੁਲਾਸ। ਹੁਲਾਸ ਧਾਰ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਮਾਤਾ ਜੀ ਨੂੰ ਬੰਦਨਾ ਕੀਤੀ। ਮਾਤਾ ਕੇ ਮਨ ਬਹੁਤ ਬਿਗਾਸ। ਮਾਤਾ ਗੰਗਾ ਜੀ ਦੇ ਮਨ ਵਿੱਚ ਬਹੁਤ ਖੁਸ਼ੀ ਹੈ। ਆਸਿਖ ਦੇ ਬਠਲਾਏ ਪਾਸ। ਅਸੀਸਾਂ ਦੇ ਕਰਕੇ ਕੋਲ ਬਿਠਾਇਆ ਹੈ। ਕਹੋ ਸੁਤ ਤਨ ਕੁਸਲੀ ਜੁਤ ਰਹਿਓ। ਪੁੱਛਿਆ ਹੈ ਪੁੱਤਰ ਦੱਸੋ, ਤਨ ਜਿਹੜਾ ਹੈ ਆਨੰਦ ਸੁਖ ਸਹਿਤ ਤੁਸੀਂ ਰਹੇ ਹੋ। ਕਹਿ ਗੁਰ ਗੁਰੂ ਕਿਰਪਾ ਤੁਮ ਥਇਓ। ਗੁਰੂ ਪਾਤਸ਼ਾਹ ਕਹਿੰਦੇ ਮਾਤਾ ਜੀ ਸਤਿਗੁਰੂ ਦੀ ਤੇ ਤੁਹਾਡੀ ਕਿਰਪਾ ਨਾਲ ਠੀਕ ਰਹੇ। ਜਥਾ ਜੋਗ ਸਭ ਬਾਤ ਸੁਨਾਈ। ਜੋ ਜਥਾ ਜੋਗ ਸਾਰੀ ਗੱਲਬਾਤ ਹੋਈ। ਪੁਨ ਨਿਜ ਮਹਿਲਨ ਮਹਿ ਚੱਲ ਆਈ। ਫਿਰ ਭਾਈ ਆਪਣੇ ਨਿਜ ਮਹਿਲਾਂ ਵਿੱਚ ਮਹਾਰਾਜ ਆ ਗਏ ਹਨ। ਸ੍ਰੀ ਦਮੋਦਰੀ ਬੰਦਨ ਕੀਨੇ। ਮਾਤਾ ਦਮੋਦਰੀ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਭਾਉ ਪਤੀਬ੍ਰਤਾ ਜਿਨ ਮਹਿ ਪੀਨੀ। ਜੋ ਭਾਈ ਪ੍ਰੇਮ ਔਰ ਪਤੀਵਰਤਾ ਪ੍ਰੇਮ ਵਿੱਚ ਜੋ ਭਿੱਜੀ ਹੋਈ ਹੈ। ਦਾਸਰ ਦਾਸੀ ਮਿਲ ਸਭ ਆਏ। ਜੋ ਦਾਸ ਤੇ ਦਾਸੀਆਂ ਹਨ ਉਹ ਸਾਰੇ ਆ ਕੇ ਮਿਲੇ ਹਨ। ਪੱਗ ਬੰਦੇ ਗੁਰ ਆਸਿਖ ਦਾਈ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਬੰਦਨਾ ਕਰਦੇ ਅਸੀਸਾਂ ਦਿੰਦੇ ਹਨ। ਛਕ ਪ੍ਰਸਾਦ ਪ੍ਰਿਅੰਕ ਬਿਰਾਜੇ। ਪ੍ਰਸਾਦ ਛਕਿਆ ਤੇ ਫਿਰ ਪਲੰਗ ਤੇ ਬਿਰਾਜਮਾਨ ਹੋ ਗਏ। ਸਵਾ ਜਾਮ ਨਿਸ ਤੇ ਪੁਨ ਜਾਗੇ। ਸਵਾ ਜਾਮ ਰਾਤ ਸਵਾ ਪਹਿਰ ਰਾਤ ਰਹਿੰਦੀ ਸਤਿਗੁਰੂ ਜਾਗੇ ਹਨ। ਕਰ ਇਸ਼ਨਾਨ ਕੋ ਲਾਇਓ ਧਿਆਨ। ਇਸ਼ਨਾਨ ਕੀਤਾ, ਆਪਣੇ ਸਵੈ ਨਿਸਰੂਪ ਦਾ ਧਿਆਨ ਲਾਇਆ। ਥਿਰ ਕਰ ਬ੍ਰਿਤੀ ਲਿਓ ਰਸ ਗਿਆਨ। ਤੋ ਬਿਰਤੀ ਨੂੰ ਸਥਿਰ ਕਰਕੇ ਆਨੰਦ ਗਿਆਨ ਦਾ ਆਨੰਦ ਰਸ ਮਾਣਿਆ ਹੈ। ਸੰਗਤ ਸਕਲ ਸੁਮੱਜਤ ਹੋਇ ਕੈ। ਸਾਰੀਆਂ ਸੰਗਤਾਂ ਇਸ਼ਨਾਨ ਇਤਿਆਦਿਕ ਕਰਕੇ ਸੁਨੈ ਕਰੈ ਕੀਰਤਨ ਸੁਖ ਪੈ ਕੈ। ਉਹ ਭਾਈਓ ਕੋਈ ਸੁਣਦਾ ਕੋਈ ਕੀਰਤਨ ਕਰਦਾ ਸੁਖ ਵਿੱਚ ਸੁੱਖਾਂ ਸਹਿਤ। ਜਹ ਕਹਿ ਪੁਰ ਮਹਿ ਅਰ ਹਰ ਮੰਦਰ। ਜਿੱਥੇ ਕਿੱਥੇ ਵੀ ਨਗਰ ਵਿੱਚ ਵੀ ਔਰ ਸ੍ਰੀ ਹਰਿਮੰਦਰ ਸਾਹਿਬ ਭਜਨ ਹੇਤ ਇੱਕ ਰਸ ਪ੍ਰਭ ਸੁੰਦਰ। ਪਰਮਾਤਮਾ ਪਰਮੇਸ਼ਰ ਦਾ ਸੋਹਣਾ ਸੁੰਦਰ ਭਜਨ ਇੱਕ ਰਸ ਹੋ ਰਿਹਾ ਹੈ। ਸੂਰਜ ਉਦੈ ਭੋਗ ਤਬ ਪਰਿਓ। ਜਦੋਂ ਸੂਰਜ ਚੜ ਗਿਆ ਫਿਰ ਭੋਗ ਪਾਇਆ ਗਿਆ। ਸਭਨ ਗੁਰੂ ਪਗ ਬੰਦਨ ਕਰਿਓ। ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਜਹਾਂਗੀਰ ਕੇ ਨਰ ਪੁਨ ਆਏ। ਫਿਰ ਜਹਾਂਗੀਰ ਬਾਦਸ਼ਾਹ ਦੇ ਜਿਹੜੇ ਪ੍ਰਾਣੀ ਹਨ ਉਹਦੇ ਕੋਈ ਨੌਕਰ ਹੈ ਉਹ ਆ ਗਏ ਨੇ। ਕਹਿ ਪੰਚਾਮ੍ਰਤ ਬਹੁ ਕਰਵਾਈ। ਤੇ ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਵੀ ਬਹੁਤ ਕੜਾਹ ਪ੍ਰਸ਼ਾਦ ਕਰਵਾਇਆ। ਇਤਨੇ ਬਿਖੈ ਆਪ ਚੱਲ ਆਇਓ। ਇੰਨੇ ਨੂੰ ਜਹਾਂਗੀਰ ਬਾਦਸ਼ਾਹ ਵੀ ਚੱਲ ਕੇ ਆ ਗਿਆ ਹੈ।
ਵਿਧੀ ਚੰਦ ਤੇਹ ਸੰਗ ਮਿਲਾਇਓ। ਭਾਈ ਵਿਧੀ ਚੰਦ ਜੀ ਜਹਾਂਗੀਰ ਬਾਦਸ਼ਾਹ ਦੇ ਨਾਲ ਆ ਰਹੇ ਨੇ। ਪ੍ਰਥਮ ਅਕਾਲ ਤਖਤ ਕੋ ਆਏ। ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ। ਦਰਸ਼ਨ ਦੇਖਤ ਸੀਸ ਨਿਵਾਏ। ਦਰਸ਼ਨ ਕੀਤੇ ਸਿਰ ਨਿਵਾਇਆ ਹੈ। ਤਹਿ ਨਿਜ ਕਰਤੇ ਧਨ ਅਰ ਪਾਇਓ। ਉੱਥੇ ਆਪਣੇ ਹੱਥੀਂ ਬਾਦਸ਼ਾਹ ਨੇ ਧਨ ਅਰਪਣ ਕੀਤਾ। ਕਰ ਕਰਾਹਾ ਕਰ ਅਰਦਾਸ ਕਰਾਹਾ ਵਰਤਾਇਓ। ਅਰਦਾਸ ਕੀਤੀ, ਕੜਾ ਪ੍ਰਸ਼ਾਦ ਵਰਤਾਇਆ ਹੈ। ਗੁਰੂ ਸਹਿਤ ਹਜ਼ਰਤ ਮੁਦ ਧਾਰ। ਫਿਰ ਗੁਰੂ ਸਾਹਿਬ ਜੀ ਦੇ ਸਮੇਤ ਬਾਦਸ਼ਾਹ ਜੋ ਹੈ ਖੁਸ਼ੀ ਧਾਰ ਕੇ ਪੁਨ ਗਮਨੇ ਹੀਰਨ ਦਰਬਾਰ। ਫਿਰ ਭਾਈ ਦਰਬਾਰ ਵੇਖਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲੇ। ਪੌੜ ਦਰਸ਼ਨੀ ਬੰਦਨ ਕਰੇ। ਦਰਸ਼ਨੀ ਪੌੜ ਤੇ ਬੰਦਨਾ ਕੀਤੀ ਹੈ। ਗਮਨੇ ਸਨਮੁਖ ਅੰਤਰ ਬਰੇ। ਫਿਰ ਭਾਈ ਉਹ ਸਾਹਮਣੇ ਚੱਲੇ ਤੇ ਦਰਬਾਰ ਸਾਹਿਬ ਅੰਦਰ ਜਾ ਪਹੁੰਚੇ। ਪੁਲ ਪਰ ਗੇ ਦਰਬਾਰ ਅਗਾਰੀ। ਇਉਂ ਪੁਲ ਤੋਂ ਪਾਰ ਹੋ ਕੇ ਜਦੋਂ ਅੱਗੇ ਦਰਬਾਰ ਅੱਗੇ ਪਹੁੰਚੇ। ਕਰ ਪ੍ਰਣਾਮ ਕੋ ਬਰੇ ਮਝਾਰੀ। ਉਥੇ ਮੁੱਖ ਦਰਵਾਜ਼ੇ ਤੇ ਪ੍ਰਣਾਮ ਕਰਕੇ ਫਿਰ ਅੰਦਰ ਪਹੁੰਚੇ ਹਨ। ਗਾਵਹਿ ਰਾਗੀ ਸ਼ਬਦ ਅਖੰਡ। ਜਿਹੜੇ ਭਾਈ ਰਾਗੀ ਰਾਗ ਸ਼ਬਦ ਅਖੰਡ ਲਗਾਤਾਰ ਕੀਰਤਨ ਕਰ ਰਹੇ ਹੈ। ਸਿਫਤ ਸ੍ਰੀ ਕਰਤਾਰ ਪ੍ਰਚੰਡ। ਜੋ ਭਾਈ ਸੁਹਾਏਮਾਨ ਕਰਤਾਰ ਦੀ ਜੋ ਸਭ ਤੋਂ ਵੱਡੀ ਸਿਫਤ ਪ੍ਰਚੰਡ ਕਹੀਏ ਪ੍ਰਕਾਸ਼ ਕਰ ਰਹੇ ਨੇ। ਭਾਵ ਸਿਫਤ ਜਿਹੜੀ ਹੈ ਉਹ ਗਾਇਨ ਕਰ ਰਹੇ ਹਨ। ਨਿਕਟ ਗ੍ਰੰਥ ਸਾਹਿਬ ਬ੍ਰਿਧ ਭਾਈ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਬੈਠੇ। ਸਿੱਖ ਸੰਗਤ ਸਮੁਦਾਈ ਤੇ ਹੋਰ ਸਿੱਖ ਸੰਗਤਾਂ ਸਮੇਤ ਸਭ ਬੈਠੇ ਹਨ। ਜਬਰ ਜਵਾਹਰ ਅਰ ਦੀਨਾਰ। ਫਿਰ ਭਾਈ ਜਬਰ ਜਵਾਹਰ ਬਹੁਤ ਚਮਕਦਾਰ ਜਿਹੜਾ ਜਵਾਹਰਾਤ ਔਰ ਦੀਨਾਰ ਕਹੀਏ ਮੋਹਰਾਂ ਇਤਿਆਦਿਕ ਅਰਪਣ ਕਰ ਅਰਦਾਸ ਉਚਾਰ। ਉਹ ਬਾਦਸ਼ਾਹ ਨੇ ਅਰਪਣ ਕੀਤੀਆਂ ਔਰ ਅਰਦਾਸ ਹੋਈ। ਪੰਚਾਮ੍ਰਿਤ ਸਭ ਮੈਂ ਵਰਤਾਇਓ। ਫਿਰ ਸਾਰਿਆਂ ਵਿੱਚ ਕੜਾ ਪ੍ਰਸ਼ਾਦ ਵਰਤਾਇਆ ਹੈ। ਦਰਸ਼ਨ ਕਰ ਹਜ਼ਰਤ ਹਰ ਖਾਇਓ। ਤੇ ਦਰਸ਼ਨ ਕਰਕੇ ਹਰਿਮੰਦਰ ਸਾਹਿਬ ਦੇ ਬਾਦਸ਼ਾਹ ਬਹੁਤ ਖੁਸ਼ ਹੋਇਆ। ਬੈਠ ਸ਼ਬਦ ਕੋ ਸੁਨਬੇ ਲਾਗਾ। ਤੇ ਸ਼ਬਦ ਬਹਿ ਕੇ ਉੱਥੇ ਸੁਣਨ ਲੱਗਿਆ ਹੈ। ਕੀਰਤਨ ਸੁਣਨ ਲੱਗਿਆ ਹੈ। ਜਿਹਨੂੰ ਵਿਖੈ ਪ੍ਰਭ ਕੋ ਅਨੁਰਾਗਾ। ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦਾ ਹੀ ਪ੍ਰੇਮ ਪਿਆਰ ਹੈ ਸ਼ਬਦਾਂ ਅੰਦਰ। ਰੀਝਿਓ ਰਾਗ ਪਰਖ ਕਰ ਤਾਹਾਂ। ਤੇ ਰਾਗ ਦੀ ਐਸੀ ਪਰਖ ਕੀਤੀ ਬਹੁਤ ਹੀ ਰੀਝ ਗਿਆ ਮਨ ਬਾਦਸ਼ਾਹ ਦਾ ਖੁਸ਼ ਹੋਇਆ। ਦੀਨ ਰਾਗੀਆਂ ਕੋ ਧਨ ਮਹਾ। ਤਾਂ ਭਾਈ ਜਿਹੜੇ ਗਾਇਨ ਕਰ ਸ਼ਬਦ ਕੀਰਤਨ ਕਰ ਉਹਨਾਂ ਰਾਗੀਆਂ ਨੂੰ ਵੀ ਬਹੁਤ ਧਨ ਦਿੱਤਾ ਭੇਟਾ। ਪੁਨ ਉੱਠ ਕਰ ਗੁਰ ਜੁਤ ਬਾਹਰ ਆਏ। ਫਿਰ ਉੱਠ ਕੇ ਗੁਰੂ ਸਾਹਿਬ ਦੇ ਸਮੇਤ ਬਾਹਰ ਆ ਗਏ ਹਨ। ਥਿਰੇ ਅਕਾਲ ਤਖਤ ਹਰ ਖਾਏ। ਖੁਸ਼ ਹੋ ਕਰਕੇ ਸਤਿਗੁਰੂ ਜੀ ਹੁਣ ਅਕਾਲ ਤਖਤ ਸਾਹਿਬ ਬਿਰਾਜਮਾਨ ਹੋ ਗਏ। ਬਹੁ ਮੋਲੇ ਸਿਰ ਪਾਓ ਮੰਗਾਏ। ਬਹੁਤ ਕੀਮਤੀ ਜੋ ਸਿਰ ਪਾਓ ਮੰਗਵਾਇਆ ਹੈ। ਕੂਜੇ ਆਨਤ ਭੇ ਸਮੁਦਾਏ। ਤੇ ਹੋਰ ਸਾਰਾ ਕੁਝ ਕੂਜੇ ਆਨਤ ਭਾਵ ਕੇ ਜਿਵੇਂ ਪ੍ਰਸ਼ਾਦ ਇਤਿਆਦਿਕ ਹੁੰਦਾ ਹੈ ਉਹ ਸਭ ਮੰਗਵਾਇਆ ਹੈ। ਸ੍ਰੀ ਹਰਿ ਗੋਬਿੰਦ ਗਹਿ ਨਿਜ ਹਾਥ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਸਰੋ ਪਾਓ ਲਿਆ ਹੈ।
ਦੀਓ ਸ਼ਾਹ ਕੋ ਕਰਨਾ ਸਾਥ। ਤਾਂ ਕਿਰਪਾ ਦੇ ਨਾਲ ਹੁਣ ਸਰੋ ਪਾਓ ਬਾਦਸ਼ਾਹ ਨੂੰ ਬਖਸ਼ਿਸ਼ ਕੀਤਾ ਹੈ। ਲੈ ਸਿਰ ਪਾਓ ਗੁਰੂ ਘਰ ਕੇਰੋ। ਗੁਰੂ ਮਹਾਰਾਜ ਦੇ ਘਰ ਦਾ ਸਿਰੋ ਪਾਓ ਪ੍ਰਾਪਤ ਕਰਕੇ ਧਰਿਓ ਸੀਸ ਪਰ ਭਾਓ ਕਨੇਰੋ। ਬਹੁਤ ਪ੍ਰੇਮ ਨਾਲ ਬਾਦਸ਼ਾਹ ਨੇ ਆਪਣੇ ਸੀਸ ਤੇ ਰੱਖਿਆ। ਖਾਂ ਵਜ਼ੀਰ ਜੇ ਸੰਗ ਉਮਰਾਵ। ਫਿਰ ਵਜ਼ੀਰ ਖਾਂ ਤੇ ਹੋਰ ਜਿਹੜੇ ਨਾਲ ਉਮਰਾਵ ਆਏ। ਸਭ ਕੋ ਸੁੰਦਰ ਦੇ ਸਿਰ ਪਾਵ। ਸਾਰਿਆਂ ਨੂੰ ਸੋਹਣੇ ਸੁੰਦਰ ਸਿਰੋ ਪਾਓ ਦਿੱਤੇ ਹਨ। ਲੈ ਲੈ ਸਕਲ ਕਰੈ ਅਬ ਬੰਧਨ। ਉਹ ਸਾਰੇ ਲੈ ਲੈ ਕੇ ਸਿਰੋ ਪਾਓ ਨਮਸਕਾਰਾਂ ਕਰਦੇ ਨੇ। ਸੋ ਜਸ ਕਰੈ ਗੁਰ ਦੋਖ ਨਿਕੰਦਨ। ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਕਰਦੇ ਹਨ। ਆਇਸ ਲੈ ਕਰ ਠਾਨ ਪ੍ਰਣਾਮ। ਹੁਣ ਆਗਿਆ ਲੈ ਕੇ ਸਤਿਗੁਰੂ ਨੂੰ ਪ੍ਰਣਾਮ ਕਰਕੇ ਚੱਲਿਓ ਸਰਾਹਤ ਸ਼ਾਹ ਗੁਰ ਧਾਮ। ਤੇ ਇਸ ਤਰ੍ਹਾਂ ਭਾਈ ਬਾਦਸ਼ਾਹ ਸੁਣਾਉਂਦਾ ਹੋਇਆ ਸਿਫਤ ਕਰਦਾ ਹੋਇਆ ਚੱਲਿਆ ਹੈ। ਨਿਜ ਡੇਰੇ ਮਹਿ ਪਹੁੰਚਿਓ ਜਾਈ। ਜਦੋਂ ਇਹ ਆਪਣੇ ਡੇਰੇ ਵਿੱਚ ਜਾ ਪਹੁੰਚਿਆ। ਬੇਗਮ ਮਿਲੀ ਜਬੈ ਸਮਦਾਈ। ਜਦੋਂ ਸਾਰੀਆਂ ਬੇਗਮਾਂ ਜਹਾਂਗੀਰ ਨੂੰ ਮਿਲੀਆਂ ਹਨ। ਬੂਝਤ ਭਈ ਸ਼ਾਹੋ ਕਿਤ ਗਏ। ਤੇ ਪੁੱਛਿਆ ਬਾਦਸ਼ਾਹ ਜੀ ਤੁਸੀਂ ਕਿੱਥੇ ਗਏ ਸੀ। ਗੁਰ ਕੋ ਦਰਸ ਬਤਾਵਤ ਭਏ। ਤਾਂ ਜਹਾਂਗੀਰ ਦੱਸਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਆਇਆ ਹਾਂ। ਕਹਿਤ ਭਈ ਗੁਰ ਕੀ ਜੇ ਦਾਰਾ। ਉਹ ਕਹਿਣ ਲੱਗੀਆਂ ਬੇਗਮਾਂ ਵੀ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਦਾਰਾ ਭਾਵ ਮਹਿਲ ਧਰਮ ਪਤਨੀ ਹੈ। ਹਮ ਭੀ ਦਰਸ ਲਹੈ ਸੁਖ ਸਾਰਾ। ਅਸੀਂ ਵੀ ਉਹਨਾਂ ਦੇ ਦਰਸ਼ਨ ਕਰ ਲਈਏ ਸ੍ਰੇਸ਼ਟ ਸੁਖ ਲੈ ਲਈਏ। ਸੁਨਤ ਸ਼ਾਹੋ ਤਬ ਆਇਸ ਦਈ। ਤਾਂ ਬਾਦਸ਼ਾਹ ਨੇ ਸੁਣ ਕੇ ਆਗਿਆ ਦੇ ਦਿੱਤੀ। ਬੇਗਮ ਬ੍ਰਿੰਦ ਤਿਆਰ ਤਬ ਥਈ। ਸਾਰੀਆਂ ਬੇਗਮਾਂ ਉਸ ਸਮੇਂ ਤਿਆਰ ਹੋਈਆਂ ਹਨ। ਚੜ ਗਮਨੀ ਪਰਦੇ ਅਸਵਾਰੀ। ਪਰਦੇ ਵਾਲੀ ਅਸਵਾਰੀ ਵਿੱਚ ਚੜ ਕੇ ਤੁਰੀਆਂ ਨੇ। ਆਏ ਗੁਰੂ ਕੀ ਪੁਰੀ ਨਿਹਾਰੀ। ਉਹਨਾਂ ਆ ਕੇ ਗੁਰੂ ਕੀ ਪੁਰੀ ਨੂੰ ਵੇਖਿਆ ਹੈ। ਪੂਰਬ ਸ੍ਰੀ ਹਰਿਮੰਦਰ ਗਈ। ਪਹਿਲਾਂ ਤੇ ਸ੍ਰੀ ਹਰਿਮੰਦਰ ਸਾਹਿਬ ਗਈਆਂ ਹਨ। ਦਰਸ ਬਲੋਕਤ ਹਰਖਤ ਭਈ। ਦਰਸ਼ਨ ਕਰਦੀਆਂ ਬੇਗਮਾਂ ਬਹੁਤ ਪ੍ਰਸੰਨ ਹੋਈਆਂ। ਦਰਬ ਅਕੋਰ ਧਰੀ ਕਰ ਨਮੋ। ਤੇ ਮਾਇਆ ਭੇਟਾ ਰੱਖ ਕੇ ਨਮਸਕਾਰ ਕੀਤੀ। ਗੁਰ ਘਰ ਕੋ ਚਾਲੀ ਤੇ ਸਮੋ। ਤੇ ਉਸ ਸਮੇਂ ਗੁਰੂ ਮਹਾਰਾਜ ਦੇ ਮਹਿਲ ਘਰ ਵਿੱਚ ਵੱਲ ਨੂੰ ਚੱਲੀਆਂ ਹਨ। ਮਾਤ ਗੰਗ ਵੱਡ ਫਰਸ਼ ਕਰਾਏ। ਮਾਤਾ ਗੰਗਾ ਜੀ ਨੇ ਵੱਡੇ ਵਿਛਾਈ ਉੱਥੇ ਕਰਾ ਦਿੱਤੀ। ਬੈਠੀ ਵਿੱਚ ਤਿਰੀਆਂ ਸਮੁਦਾਏ। ਤੇ ਮਾਤਾ ਜੀ ਜੋ ਇਸਤਰੀਆਂ ਹਨ ਸਾਰਿਆਂ ਦੇ ਵਿੱਚ ਮਾਤਾ ਗੰਗਾ ਜੀ ਬੈਠ ਗਏ। ਨਿਕਟ ਆਪਣੇ ਨੁਖਾ ਬਿਠਾਈ। ਮਾਤਾ ਗੰਗਾ ਜੀ ਨੇ ਕੋਲ ਆਪਣੇ ਨੂੰਹ ਨੂੰ ਬਿਠਾਇਆ ਭਾ ਮਾਤਾ ਦਮੋਦਰੀ ਜੀ ਨੂੰ ਬਿਠਾਇਆ ਹੈ। ਬਸਤਰ ਵਿਭੂਖਨ ਸੋ ਛਬ ਛਾਈ। ਜੋ ਸੋਹਣੇ ਸੁੰਦਰ ਬਸਤਰ ਪਹਿਨੇ ਹੈ ਮਾਤਾ ਦਮੋਦਰੀ ਜੀ ਗਹਿਣੇ ਪਹਿਨੇ ਹੈ। ਬਹੁਤ ਹੀ ਛਵੀ ਜਿਹੜੀ ਹੈ ਸ਼ੋਭਦੀ ਹੈ। ਪਰਵਸੀ ਬੇਗਮ ਸਦਨ ਮਜਾਰੀ। ਜਿਹੜੀਆਂ ਬੇਗਮਾਂ ਨੇ ਹੁਣ ਘਰ ਵਿੱਚ ਪ੍ਰਵੇਸ਼ ਹੋਈਆਂ। ਗਮਨੀ ਆਗੈ ਤਜ ਅਸਵਾਰੀ। ਆਪਣੀ ਅਸਵਾਰੀ ਨੂੰ ਛੱਡ ਕੇ ਅੱਗੇ ਚੱਲੀਆਂ ਹਨ। ਜੇਵਰ ਰਤਨ ਜਰਾਊ ਬ੍ਰਿੰਦੇ। ਜਿਹੜੇ ਭਾਈ ਗਹਿਣੇ ਨੇ ਰਤਨਾਂ ਨਾਲ ਜੜੇ ਹੋਏ ਬੇਅੰਤ ਹੀ। ਕੰਚਨ ਕੇ ਗਨ ਚਾਰ ਬਿਲੰਦੇ। ਜਿਹੜੇ ਭਾਈ ਸੋਨੇ ਦੇ ਹਨ ਹੋਰ ਬਹੁਤ ਹੀ ਸੁੰਦਰ
ਬਸਤਰ ਜੇ ਇਸਤਰਨ ਪਹਿਰਨ ਗਾਤ। ਫਿਰ ਬਸਤਰ ਨੇ ਜਿਹੜੇ ਇਸਤਰੀਆਂ ਦੇ ਪਹਿਨਣ ਵਾਸਤੇ ਹਨ। ਗਾਤ ਨਾਮ ਸਰੀਰ ਦਾ ਹੈ। ਰੇਸ਼ਮ ਪੱਛਮ ਵਰਨ ਬਹੁ ਭਾਤ। ਬਹੁਤ ਜਿਹੜੇ ਰੇਸ਼ਮ ਦੇ ਪੱਛਮ ਦੇ ਵਰਨ ਕਈਏ ਬੜੇ ਰੰਗਾਂ ਦੇ ਹਨ। ਧਰ ਕਰ ਸਭ ਸ੍ਰੀ ਗੰਗ ਅਗਾਰੀ। ਤਾਂ ਉਹ ਮਾਤਾ ਗੰਗਾ ਜੀ ਦੇ ਅੱਗੇ ਧਰ ਕਰ ਗਨ ਬੇਗਮ ਤਬ ਬੰਧਨ ਧਾਰੀ। ਸਾਰੀਆਂ ਬੇਗਮਾਂ ਨੇ ਉਸ ਸਮੇਂ ਨਮਸਕਾਰ ਕੀਤੀ ਹੈ। ਗੁਰ ਜਨਨੀ ਨੇ ਬਹੁ ਸਨਮਾਨੀ। ਗੁਰੂ ਸਾਹਿਬ ਦੀ ਮਾਤਾ ਨੇ ਬੇਗਮਾਂ ਦਾ ਬਹੁਤ ਸਨਮਾਨ ਕੀਤਾ ਹੈ। ਹਰ ਖਾਵਤ ਕਹਿ ਮਾਧੁਰ ਬਾਨੀ। ਖੁਸ਼ੀ ਦੇ ਨਾਲ ਮਿੱਠੇ ਬੋਲਾਂ ਨੂੰ ਕਹਿ ਕੇ ਭਾਵ ਮਿੱਠੇ ਬੋਲ ਕਰਕੇ ਨਿਕਟ ਆਪਣੇ ਸਕਲ ਬਿਠਾਈ। ਸਾਰੀਆਂ ਬੇਗਮਾਂ ਆਪਣੇ ਕੋਲ ਬਿਠਾਈਆਂ ਹਨ। ਪਤ ਬ੍ਰਤ ਧਰਮ ਧਰੋ ਸਿੱਖ ਗਾਈ। ਤੇ ਮਾਤਾ ਜੀ ਨੇ ਉਪਦੇਸ਼ ਦਿੱਤਾ ਹੈ ਕਿ ਪਤੀ ਵਰਤ ਧਰਮ ਭਾਈ ਧਾਰਨ ਕਰਨਾ ਹੈ। ਪੁੱਤਰ ਪੌਤਰ ਗਨ ਤੇ ਸੁਖ ਪਾਵੋ। ਇਉਂ ਤੁਸੀਂ ਪੁੱਤਰ ਪੋਤਰੇ ਬੇਅੰਤ ਹੋਣ ਐਸੇ ਆਨੰਦ ਸੁਖ ਤੁਸੀਂ ਪਾਵੋ। ਪਤ ਕੀ ਪ੍ਰੀਤ ਰਹਿ ਹਰ ਖਾਵੋ। ਇਹ ਮਾਤਾ ਗੰਗਾ ਜੀ ਨੇ ਬਚਨ ਕੀਤੇ ਵੀ ਆਪਣੇ ਪਤੀ ਦੀ ਪ੍ਰੀਤ ਵਿੱਚ ਰਹੋ, ਖੁਸ਼ੀਆਂ ਮਾਣੋ। ਹਾਥ ਜੋਰ ਪੁਨ ਬੂਝਨ ਲਾਗੀ। ਫਿਰ ਹੱਥ ਜੋੜ ਕੇ ਬੇਗਮਾਂ ਪੁੱਛਣ ਲੱਗੀਆਂ ਹਨ, ਗੁਰੂ ਭਾਰ ਜਾ ਕੋ ਵਡ ਭਾਗੀ। ਕਿ ਹੇ ਮਾਤਾ ਜੀ, ਜੋ ਗੁਰੂ ਸਾਹਿਬ ਦੀ ਭਾਰਜਾ ਭਾਵ ਪਤਨੀ ਹੈ ਵੱਡੇ ਭਾਗਾਂ ਵਾਲੀ। ਹੇ ਮਾਤਾ ਸੋ ਹਮੇ ਬਤਾਵੋ। ਹੇ ਮਾਤਾ ਜੀ, ਉਹਦੇ ਬਾਰੇ ਵੀ ਸਾਨੂੰ ਦੱਸੋ। ਤਿਸ ਕੇ ਸਾਮ ਕੋ ਨਹੀਂ ਲਖਾਵੋ। ਕਿ ਐਸੀ ਕਿਹੜੀ ਵੱਡੇ ਭਾਗਾਂ ਵਾਲੀ ਗੁਰੂ ਹਰਗੋਬਿੰਦ ਸਾਹਿਬ ਦੀ ਜੋ ਪਤਨੀ ਜਿਹਦੇ ਬਰਾਬਰ ਹੋਰ ਕੋਈ ਨਹੀਂ ਜਾਣਿਆ ਜਾਂਦਾ। ਸੁਨ ਗੰਗਾ ਕਰ ਸੰਗ ਬਤਾਈ। ਮਾਤਾ ਗੰਗਾ ਜੀ ਨੇ ਸੁਣ ਕੇ ਹੱਥ ਦਾ ਇਸ਼ਾਰਾ ਕਰਕੇ ਦੱਸਿਆ, ਇਹੋ ਮਾਮ ਨੁਖਾ ਗੁਰਨ ਘਰ ਆਈ। ਆ ਜੋ ਮੇਰੇ ਨਾਲ ਬੈਠੇ ਨੇ, ਇਹ ਹੈ ਮੇਰੀ ਨੂੰਹ ਜੋ ਗੁਰੂ ਦੇ ਘਰ ਆਈ ਹੈ, ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਤਨੀ ਹੈ। ਗੁਰ ਮਹਿਲਾ ਕੋ ਜਬ ਤਿਨ ਹੇਰਾ। ਜਦੋਂ ਗੁਰੂ ਸਾਹਿਬ ਦੇ ਮਹਿਲ ਮਾਤਾ ਦਮੋਦਰੀ ਜੀ ਨੂੰ ਵੇਖਿਆ ਹੈ, ਕਹੈ ਕਿ ਧਨ ਭਾਗ ਹੈ ਤੇਰਾ। ਬੇਗਮਾਂ ਕਹਿੰਦੀਆਂ, ਹੇ ਮਾਤਾ ਦਮੋਦਰੀ, ਤੁਹਾਡਾ ਧਨ ਭਾਗ ਹੈ। ਇਸਤਰਨ ਕੇ ਸੁਭਾਵ ਜਿਮ ਹੋਏ। ਤੇ ਜਿਵੇਂ ਭਾਈ ਕਵੀ ਜੀ ਕਹਿੰਦੇ ਇਸਤਰੀਆਂ ਦਾ ਸੁਭਾਅ ਹੁੰਦਾ ਹੈ। ਕਹਿ ਅਸ ਬਾਕ ਭੂਜ ਸਭ ਕੋਏ। ਇਸ ਤਰ੍ਹਾਂ ਦੇ ਫਿਰ ਬਚਨ ਬਿਲਾਸ ਕਰਦੀਆਂ ਹਨ, ਸਭ ਪੁੱਛਦੀਆਂ ਨੇ। ਕਿਤਕ ਦੇਰ ਦਰਸ਼ਨ ਕੋ ਕੀਨ। ਕਿੰਨਾ ਸਮਾਂ ਬੈਠ ਕੇ ਦਰਸ਼ਨ ਕੀਤੇ ਹਨ। ਬਾਹਰ ਚੱਲਣ ਕੋ ਆਇਸ ਲੀਨ। ਫਿਰ ਭਾਈ ਆਪਣੇ ਜਿਹੜਾ ਸਥਾਨ ਟਿਕਾਣੇ ਵੱਲ ਚੱਲਣ ਵਾਸਤੇ ਆਗਿਆ ਲਈ। ਤਬ ਸ੍ਰੀ ਗੰਗਾ ਪ੍ਰੇਰੀ ਦਾਸੀ। ਤਦ ਮਾਤਾ ਗੰਗਾ ਜੀ ਨੇ ਦਾਸੀ ਨੂੰ ਕਿਹਾ, ਜਰੀ ਬਸਤਰ ਗਨ ਆਨੇ ਪਾਸੀ। ਉਹ ਜਰੀ ਦੇ ਬਸਤਰ ਬਹੁਤ ਮਾਤਾ ਜੀ ਦੇ ਕੋਲ ਲੈ ਆਏ। ਸਭ ਬੇਗਮ ਕੋ ਸਾਦਰ ਦੀਨੇ। ਮਾਤਾ ਜੀ ਨੇ ਸਾਰੀਆਂ ਬੇਗਮਾਂ ਨੂੰ ਸਤਿਕਾਰ ਨਾਲ ਉਹ ਬਖਸ਼ਿਸ਼ ਕੀਤੇ ਸਰੋਪੇ ਦੇ ਰੂਪ ਵਿੱਚ। ਗੁਰ ਪ੍ਰਸਾਦ ਲਖ ਕਰ ਤਿਨ ਲੀਨੇ। ਬੇਗਮਾਂ ਨੇ ਗੁਰੂ ਦਾ ਇਹ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਜਾਣ ਕਰਕੇ ਲਏ ਹਨ। ਬੰਧਨ ਕਰਤ ਬਹੁਰ ਹਰ ਖਾਈ। ਇਹ ਨਮਸਕਾਰ ਕਰਕੇ ਪ੍ਰਸੰਨ ਹੋ ਕੇ ਉੱਠ ਕਰ ਬੇਗਮ ਤਬ ਸਮਦਾਈ। ਤਦ ਭਾਈ ਸਾਰੀਆਂ ਬੇਗਮਾਂ ਉੱਠ ਕੇ ਘਰ ਸੇ ਨਿਕਸ ਚੜੀ ਅਸਵਾਰੀ। ਘਰੋਂ ਬਾਹਰ ਨਿਕਲੀਆਂ, ਫਿਰ ਆਪਣੀਆਂ ਸਵਾਰੀਆਂ ਤੇ ਚੜ ਗਈਆਂ। ਪਹੁੰਚੀ ਆਪਣੇ ਸਿਵਰ ਮਝਾਰੀ।
ਤੇ ਜਿੱਥੇ ਸਿਵਰ ਟਿਕਾਣਾ ਸੀ ਉੱਥੇ ਆ ਪਹੁੰਚੀਆਂ ਹਨ। ਨਿਸ ਮਹਿ ਸ਼ਾਹ ਮਿਲਿਓ ਜਬ ਆਏ, ਜਦੋਂ ਰਾਤ ਨੂੰ ਬਾਦਸ਼ਾਹ ਆ ਕੇ ਮਿਲਿਆ ਹੈ। ਗੁਰ ਕੋ ਸਦਨ ਸਰਾਹੋ ਸੁਨਾਈ, ਤਾਂ ਬੇਗਮਾਂ ਗੁਰੂ ਪਾਤਸ਼ਾਹ ਦੇ ਘਰ ਦੀ ਸਿਫਤ ਸਲਾਹ ਕਰਕੇ ਸੁਣਾਉਂਦੀਆਂ। ਭਈ ਪ੍ਰਾਤ ਤਬ ਸ਼ਾਹ ਸੁਜਾਨਾ, ਜਦੋਂ ਸਵੇਰ ਹੋਈ ਹੈ ਜਿਹੜਾ ਸੁਜਾਨ ਸਿਆਣਾ ਬਾਦਸ਼ਾਹ ਹੈ। ਕਰਿਓ ਕੂਚ ਲਵਪੁਰੀ ਪਿਆਨਾ, ਹੁਣ ਇਸ ਨੇ ਭਾਈ ਲਾਹੌਰ ਵੱਲ ਨੂੰ ਪਿਆਨਾ ਕਰ ਲਿਆ ਚੱਲਿਆ ਹੈ। ਆਏ ਬੰਦਿਓ ਗੁਰੂ ਦਰਬਾਰ, ਆ ਕੇ ਗੁਰੂ ਮਹਾਰਾਜ ਦੇ ਦਰਬਾਰ ਬੰਦਨਾ ਕੀਤੀ। ਲੀਨੀ ਆਗਿਆ ਸੋ ਜਸ ਉਚਾਰ, ਸ੍ਰੇਸ਼ਟ ਜਸ ਉਚਾਰ ਕਰਕੇ ਮਹਾਰਾਜ ਦਾ ਬਹੁਤ ਜਸ ਕਿਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲਈ ਹੈ। ਅਰਜ ਕਰੀ ਪੁਨ ਗੁਰੂ ਅਗਾਰੀ, ਫਿਰ ਇਹਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਹੈ। ਹੇ ਗੁਰ ਕਾਮਨ ਪੁਰਹੋ ਹਮਾਰੀ, ਕਹਿਣ ਲੱਗਿਆ ਇਹ ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਕਿ ਮੇਰੀ ਕਾਮਨਾ ਪੂਰੀ ਕਰੋ। ਏਤਕ ਦਿਵਸ ਬਸੋ ਨਿਜ ਗ੍ਰਹਿ, ਮਹਾਰਾਜ ਕੁਝ ਦਿਨ ਤੁਸੀਂ ਇੱਥੇ ਆਪਣੇ ਘਰ ਰਹੋ। ਪੁਨ ਲਵਪੁਰ ਮਹਿ ਦਰਸ਼ਨ ਦੇਹੁ, ਫਿਰ ਮਹਾਰਾਜ ਤੁਸੀਂ ਲਾਹੌਰ ਆ ਕੇ ਦਰਸ਼ਨ ਦੇਵੋ। ਗੁਰ ਕੀ ਭੀ ਥੀ ਮਰਜੀ ਜਾਣੇ, ਕਿਉਂਕਿ ਗੁਰੂ ਸਾਹਿਬ ਦੀ ਵੀ ਇਹੀ ਮਰਜੀ ਸੀ। ਮਹਾਰਾਜ ਨੇ ਇੱਥੇ ਹੁਣ ਦੀਵਾਲੀ ਜੋੜ ਮੇਲਾ ਸੀ, ਉਹ ਮਨਾ ਕਰਕੇ ਇਹ ਸਤਿਗੁਰੂ ਜੀ ਨੇ ਲਾਹੌਰ ਜਾਣਾ ਸੀ। ਪਹਿਲਾਂ ਹੀ ਮਹਾਰਾਜ ਦੀ ਇਹ ਮਨ ਦੀ ਮਰਜੀ ਸੀ, ਕਿਉਂਕਿ ਚੰਦੂ ਦਾ ਉੱਥੇ ਖਾਤਮਾ ਕਰਨਾ ਸੀ ਜਾ ਕੇ। ਚੰਦੂ ਕੋ ਪੁਰ ਸੈਰ ਕਰਾਨੇ, ਕਿ ਅਜੇ ਤਾਂ ਚੰਦੂ ਦੀ ਲਾਹੌਰ ਦੀ ਸੈਰ ਕਰਾਉਣੀ ਹੈ। ਪੁਨ ਨਿਜ ਪਿਤ ਦੇਹੁਰਾ ਬਨਵਾਨੇ, ਤੇ ਉਹ ਚੰਦੂ ਦਾ ਖਾਤਮਾ ਕਰਕੇ ਉੱਥੇ ਸ਼ਹਿਰ ਵਿੱਚ ਲਿਜਾ ਕੇ ਲਾਹੌਰ 'ਚ ਇਹਦੇ ਉੱਥੇ ਵੀ ਜੁੱਤੀਆਂ ਪਈਆਂ ਸੀ। ਮਹਾਰਾਜ ਸੋਚਦੇ ਪੁਨ ਨਿਜ ਪਿਤ, ਫਿਰ ਆਪਣੇ ਪਿਤਾ ਸਤਿਗੁਰੂ ਜੀ ਦਾ ਦਿਉਰਾ ਬਣਵਾਉਣਾ, ਸਥਾਨ ਬਣਾਉਣਾ ਹੈ। ਸ਼ਾਹੋ ਅਰਜ ਕੋ ਲੀਨ ਸਮਾਨੇ, ਤੇ ਮਹਾਰਾਜ ਨੇ ਬਾਦਸ਼ਾਹ ਦੀ ਇਹ ਬੇਨਤੀ ਨੂੰ ਮੰਨ ਲਿਆ। ਸਤਿਗੁਰੂ ਕਹਿੰਦੇ ਅਸੀਂ ਪਹੁੰਚਾਂਗੇ। ਹਰਖਿਓ ਸ਼ਾਹੋ ਬੰਦਨਾ ਧਾਰੀ, ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਬੰਦਨਾ ਕੀਤੀ ਹੈ। ਬੰਬ ਬਜਾਏ ਸੋ ਚੱਲਿਓ ਅਗਾਰੀ, ਨਗਾਰੇ ਵਜਾਉਂਦਾ ਹੁਣ ਉਹ ਅੱਗੇ ਨੂੰ ਚੱਲ ਪਿਆ ਹੈ। ਸ੍ਰੀ ਸਤਿਗੁਰ ਨਿਜ ਰਹਿ ਦਰਬਾਰ, ਸ੍ਰੀ ਗੁਰੂ ਪਾਤਸ਼ਾਹ ਜੀ ਇੱਥੇ ਦਰਬਾਰ ਵਿੱਚ ਰਹੇ। ਜੋ ਸਿੱਖਨ ਮਨ ਦੇ ਹੈ ਬਹਾਰ, ਜੋ ਸਤਿਗੁਰੂ ਜੀ ਭਾਈ ਸਿੱਖਾਂ ਦੇ ਮਨ ਨੂੰ ਜੋ ਬਹਾਰਾਂ ਖੁਸ਼ੀਆਂ ਖੇੜੇ ਬਖਸ਼ਣ ਵਾਲੇ ਹੈ ਗੁਰੂ ਪਾਤਸ਼ਾਹ, ਅੰਮ੍ਰਿਤਸਰ ਸਾਹਿਬ ਟਿਕ ਗਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਖਸ਼ਟਮ ਮਹੱਲੇ, ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ 6ਵੇਂ ਮਹੱਲੇ ਦੀ ਕਥਾ ਹੈ। ਸ੍ਰੀ ਗੁਰੂ ਸੁਦਾਸਰ ਪ੍ਰਵੇਸ਼ਨ ਔਰ ਜਹਾਂਗੀਰ ਸ੍ਰੀ ਦਰਬਾਰ ਦਰਸ਼ਨ ਪ੍ਰਸੰਗ ਵਰਣਨ, ਕਿ ਮਹਾਰਾਜ ਅੰਮ੍ਰਿਤਸਰ ਸਾਹਿਬ ਪਹੁੰਚੇ ਹੈ। ਜਹਾਂਗੀਰ ਨੇ ਕਿਵੇਂ ਗੁਰੂ ਸਾਹਿਬ ਦੇ ਦਰ ਘਰ ਦੇ ਦਰਸ਼ਨ ਦਿਦਾਰੇ ਕੀਤੇ, ਉਹ ਪ੍ਰਸੰਗ ਵਰਣਨ ਕੀਤਾ। ਨਾਮ 10ਵਾਂ ਮੰਦਰ ਹੈ, 10ਵੇਂ ਘਰ ਦਾ ਇਹ ਪ੍ਰਸੰਗ ਹੈ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।